ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਾਰਿਆਨ कहाँ बुद्ध प्रभ तुच्छ हमारी महिमा जो तिहारी हम ना सकत कर सिफत तुम्हारी आप लिहो तुम कथा सुधा हम ना सकत कर सिफत तुम आप लिहो तुम कथा सुधारी। सतनाम श्री वाहिगुरु साहिब जी दोहरा ਮੰਤਰ ਪੜਤ ਕਰਤੇ ਹਮਨ ਕਰਤ ਧਿਆਨ ਦਿਨ ਰਹਿਣ ਕਰਨ ਪ੍ਰਸ਼ੰਸਾ ਗੁਣ ਕਥਨ ਕਹੈ ਸੁਣੈ ਨਹਿ ਬੈਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਅਤਿਅੰਤ ਵਡਭਾਗੇ ਹੋ। ਸਤਿਗੁਰਾਂ ਦੀ ਪਾਵਨ ਕਥਾ ਦਾ ਆਨੰਦ ਮਾਣ ਰਹੇ ਹੋ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਭਾਰਤ ਭੂਮੀ ਦੇ ਕਸ਼ਟ ਨਿਵਾਰਨ ਵਾਸਤੇ ਦੁਖੀਆਂ ਦੀਨਾਂ ਗਰੀਬਾਂ ਉੱਤੇ ਤਰਸ ਖਾ ਕੇ ਅਵਤਾਰ ਧਾਰਿਆ ਹੈ। ਔਰ ਜਿਸ ਕਾਰਜ ਲਈ ਆਪ ਜੀ ਆਏ ਹਨ, ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ, ਉਹੀ ਕੰਮ ਦੀ ਆਰੰਭਤਾ ਕਰ ਦਿੱਤੀ ਹੈ। ਆਪ ਜੀ ਦਿਨ ਰਾਤ ਅਕਾਲ ਪੁਰਖ ਦੀ ਸ਼ਕਤੀ ਚੰਡਕਾ ਦੀ ਆਰਾਧਨਾ ਵਿੱਚ ਲੱਗੇ ਹਨ ਔਰ ਲਗਾਤਾਰ ਜਾਪ ਚੱਲ ਰਿਹਾ ਹੈ। ਉਸ ਪਰਮੇਸ਼ਰ ਦੀ ਸ਼ਕਤੀ ਦਾ ਜੋ ਆਦਿ ਸ਼ਕਤੀ ਹੈ, ਸਾਰਿਆਂ ਦਾ ਮੁੱਢ ਹੈ। 33 ਕਰੋੜ ਦੇਵੀ ਦੇਵਤਾ ਜਿਸ ਤੋਂ ਪੈਦਾ ਹੋਏ ਹਨ, ਉਹ ਦੇਵਾਨ ਦੇਵ ਹੈ, ਰਾਜਾਨ ਰਾਜ ਹੈ, ਭਾਨਾਨ ਭਾਨ ਹੈ। ਸਭ ਤੋਂ ਵੱਡੀ ਉਹ ਸ਼ਕਤੀ, ਕਰੋੜਾਂ ਸੂਰਜ ਉਸ ਵਿੱਚੋਂ ਪੈਦਾ ਹੁੰਦੇ ਹਨ, ਕਰੋੜਾਂ ਬ੍ਰਹਮੰਡਾਂ ਦੀ ਰਚਨਾ ਹੁੰਦੀ ਹੈ। ਅਨਾਦ ਅਨੰਤ ਸ਼ਕਤੀ ਦਾ ਮਹਾਰਾਜ ਧਿਆਨ ਕਰਕੇ ਸਿਮਰਨ ਕਰ ਰਹੇ ਹਨ। ਇਹ ਕਥਾ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਸ੍ਰੀ ਗੁਰਪ੍ਰਤਾਪ ਸੂਰਜ ਵਿੱਚ ਬਿਆਨ ਕਰਦੇ, ਮਨ ਬਿਰਤੀਆਂ ਇਕਾਗਰ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਕਥਾ ਸਰਵਣ ਕਰੀਏ। ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਮੰਤਰ ਪੜਤ ਕਰਤੇ ਹਮਨ ਕਰਤ ਧਿਆਨ ਦਿਨ ਰਹਿਣ। ਮਹਾਰਾਜ ਲਗਾਤਾਰ ਜਗਤ ਮਾਤ ਚੰਡਕਾ ਦੀ ਆਰਾਧਨਾ ਵਿੱਚ ਜੁਟੇ ਹੋਏ ਹਨ, ਮੰਤਰ ਜਾਪ ਕਰ ਰਹੇ ਹਨ ਔਰ ਸਾਧ ਸੰਗਤ ਜੀ ਦਿਨ ਰਾਤ ਲਗਾਤਾਰ ਧਿਆਨ ਵਿੱਚ ਹੀ ਰਹਿੰਦੇ ਹਨ। ਕਰਨ ਪ੍ਰਸ਼ੰਸਾ ਗੁਣ ਕਥਨ ਕਹੈ ਸੁਣੈ ਨਹਿ ਬੈਨ। ਇੱਕ ਅਕਾਲ ਪੁਰਖ ਪਰਮੇਸ਼ਰ ਦੀ ਪ੍ਰਸ਼ੰਸਾ ਕਰਨ ਤੋਂ ਬਿਨਾਂ, ਉਹਦੇ ਗੁਣਾਂ ਦਾ ਕਥਨ ਕਰਨ ਤੋਂ ਬਿਨਾਂ ਹੋਰ ਕੋਈ ਦੁਨਿਆਵੀ ਗੱਲ ਨਾ ਕਹਿੰਦੇ ਹਨ ਤੇ ਨਾ ਸੁਣਦੇ ਹਨ। ਕਰਤ ਸੋ ਵਿਦ ਪ੍ਰਯੋਗ ਗੁਰ ਪੂਰੇ। ਮਹਾਰਾਜ ਸੱਚੇ ਪਾਤਸ਼ਾਹ ਵਿਧੀ ਸਹਿਤ ਪ੍ਰਯੋਗ ਕਰ ਰਹੇ ਹਨ। ਜੋ ਵਿਧੀ ਵਿਧਾਨ ਹੈ, ਜੋ ਮਰਜ਼ਾਦਾ ਹੈ ਚੰਡਕਾ ਦੀ ਆਰਾਧਨਾ ਕਰਨ ਦੀ, ਉਹਦੇ ਮੁਤਾਬਕ ਸਤਿਗੁਰੂ ਜੀ ਸਾਧਨਾ ਵਿੱਚ ਲੱਗੇ ਹੋਏ ਹਨ। ਸਰਬ ਪ੍ਰਕਾਰ ਤਪ ਰੂਰੇ। ਔਰ ਬੜੇ ਭਾਰੀ ਤਪ, ਕਰੜੇ ਤਪ ਵੀ ਸਤਿਗੁਰੂ ਜੀ ਨੇ ਕੀਤੇ ਹਨ। ਇਹ ਸਾਧ ਸੰਗਤ ਜੀ ਸ਼ਾਂਤ ਕੀ ਤਪ ਹੈ। ਇੱਕ ਰਾਜਸੀ ਤਪ ਹੁੰਦਾ, ਇੱਕ ਤਾਮਸੀ ਤਪ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਇਹ ਤਪ ਜੋ ਕਰ ਰਹੇ ਨੇ, ਪਰਮੇਸ਼ਰ ਦੀ ਸ਼ਕਤੀ ਦੀ ਆਰਾਧਨਾ ਵਿੱਚ ਲੀਨ ਹਨ। ਬੀਤ ਗਏ 9 ਮਾਸ ਕਰਨ ਤੇ। 9 ਮਹੀਨੇ ਇਸ ਤਰ੍ਹਾਂ ਭਗਤੀ ਕਰਦਿਆਂ ਨੂੰ ਬੀਤ ਗਏ ਹਨ। 10ਵੇਂ ਵਿਖੇ ਅਦਕ ਥਿਤਵੰਤੇ। ਔਰ 10ਵੇਂ ਮਹੀਨੇ ਦੇ ਵਿੱਚ ਜ਼ਿਆਦਾਤਰ ਬੈਠਣ ਲੱਗੇ ਹਨ। ਪਹਿਲਾਂ ਸੱਚੇ ਪਾਤਸ਼ਾਹ ਜੀ 5 ਪਹਿਰ ਬੈਠਿਆ ਕਰਦੇ ਸਨ। ਫਿਰ ਮਹਾਰਾਜ ਗੁਰੂ ਕਲਗੀਧਰ ਜੀ ਸਵਾ ਪਹਿਰ ਦਾ ਨੇਮ ਕੀਤਾ, ਫਿਰ 12 ਪਹਿਰ ਦਾ ਵੀ ਨੇਮ ਕੀਤਾ। 36 ਘੰਟੇ ਵੀ ਲਗਾਤਾਰ ਬੈਠਦੇ ਰਹੇ ਹਨ। ਹੁਣ ਸੱਚੇ ਪਾਤਸ਼ਾਹ 10ਵਾਂ ਮਹੀਨਾ ਚੱਲਿਆ ਹੈ ਤੇ 10ਵੇਂ ਮਹੀਨੇ ਵਿੱਚ ਬੜੀ ਭਾਰੀ ਕਰੜੀ ਤਪੱਸਿਆ ਕਰ ਰਹੇ ਹਨ। ਫਾਗਨ ਮਾਸ ਤਥਾ ਬਿਦ ਕਰੈ। ਫਗਣ ਦਾ ਮਹੀਨਾ ਆ ਗਿਆ ਹੈ, ਉਸੇ ਤਰ੍ਹਾਂ ਲਗਾਤਾਰ ਜਾਪ ਜਾਰੀ ਹੈ। ਹੋਮਤ ਚਰੂ ਮੰਤਰ ਕੋ ਰਰੈ। ਮਹਾਰਾਜ ਜਗਤ ਮਾਤ ਚੰਡਕਾ ਦਾ ਹਵਨ ਕਰੀ ਜਾਂਦੇ ਹਨ ਔਰ ਸਾਧ ਸੰਗਤ ਜੀ ਹਵਨ ਦੇ ਵਿੱਚ
ਕੁੰਡ ਦੇ ਵਿੱਚ ਸਮੱਗਰੀ ਉਹ ਚਰੂ ਕਹਿੰਦੇ ਹਨ, ਜਿਹੜਾ ਕੜਛਾ ਪਾ ਕੇ ਵਿੱਚ ਆਹੂਤੀ ਪਾਈ ਜਾਂਦੀ ਹੈ। ਵਿਧੀ ਪੂਰਵਕ ਚਰੂ ਪਾਉਂਦੇ ਹਨ। ਨਿਸ ਦਿਨ ਬਾਸ ਸੈਲ ਪਰ ਕਹਿ ਕਹਿ, ਦਿਨ ਰਾਤ ਹੁਣ ਨੈਣਾ ਦੇਵੀ ਦੇ ਪਹਾੜ ਉੱਤੇ ਹੀ ਰਹਿਣ ਲੱਗ ਪਏ ਹਨ। ਖਾਨ ਪਾਨ ਕੋ ਸੰਜਮ ਪੈ ਕਹਿ, ਔਰ ਖਾਣ ਪਾਣ ਦਾ ਸੰਜਮ ਰੱਖਿਆ ਹੋਇਆ ਹੈ। ਬਹੁਤ ਘੱਟ ਹਲਕਾ ਫੁਲਕਾ ਭੋਜਨ ਛਕਦੇ ਹਨ। ਜ਼ਿਆਦਾਤਰ ਮਹਾਰਾਜ ਸਾਧਨਾ ਵਿੱਚ ਲੱਗੇ ਰਹਿੰਦੇ ਹਨ। ਜਾਗਤ ਰਹੇ ਨੀਂਦ ਤਜ ਦੀਨੀ, ਮਹਾਰਾਜ ਜਾਗਦੇ ਰਹਿੰਦੇ ਹਨ। ਨੀਂਦ ਬਹੁਤ ਘਟ ਗਈ ਹੈ। ਨੀਂਦ ਭੂਖ ਸਭ ਪਰ ਹਰ ਤਿਆਗੀ। ਨੀਂਦ ਤੇ ਭੁੱਖ ਤੇ ਵੀ ਫਤਿਹ ਪਾ ਲਈ ਹੈ। ਏਕ ਆਰਾਧਨ ਪਰ ਮਤ ਭੀਨੀ, ਇੱਕ ਪਰਮੇਸ਼ਰ ਅਕਾਲ ਪੁਰਖ ਜਗਤ ਮਾਤ ਚੰਡਕਾ ਦੀ ਧਿਆਨ ਵਿੱਚ ਹੀ ਬਿਰਤੀ ਟਿਕਾ ਦਿੱਤੀ ਹੈ। ਉਸ ਦੀ ਆਰਾਧਨਾ ਵਿੱਚ ਹੀ ਮਨ ਲਾ ਲਿਆ ਹੈ। ਉਸਤਤ ਕਰਤਾ ਅਨੇਕ ਪ੍ਰਕਾਰਾ, ਅਨੇਕ ਪ੍ਰਕਾਰ ਨਾਲ ਪਰਮੇਸ਼ਰ ਦੀ ਉਸ ਸ਼ਕਤੀ ਦੀ ਉਸਤਤ ਕਰ ਰਹੇ ਹਨ। ਉਸ ਵਾਹਿਗੁਰੂ ਅਕਾਲ ਪੁਰਖ ਦੀ ਅਨੇਕਾਂ ਗੁਣਾ ਕਰਕੇ ਸਿਫਤ ਹੈ। ਸਾਧ ਸੰਗਤ ਜੀ, ਉਹ ਬੇਅੰਤ ਹੈ, ਅਨੰਤ ਹੈ, ਸਾਰਿਆਂ ਦਾ ਮੁੱਢ ਹੈ, ਆਦਿ ਸੱਚ ਹੈ, ਜੁਗਾਦ ਸੱਚ ਹੈ। ਐਸੀ ਉਸ ਵਾਹਿਗੁਰੂ ਦੀ ਅਨੇਕ ਪ੍ਰਕਾਰ ਦੀਆਂ ਸਿਫਤਾਂ ਹਨ। ਰਾਖਸ਼ਾਂ, ਦੁਸ਼ਟਾਂ, ਪਾਪੀਆਂ, ਜ਼ਾਲਮਾਂ ਨੂੰ ਨਾਸ਼ ਕਰਨ ਵਾਲੀ ਸ਼ਕਤੀ ਹੈ। ਇਸ ਪ੍ਰਕਾਰ ਨਾਲ ਮਹਾਰਾਜ ਉਸਤਤ ਕਰਦੇ ਹਨ। ਬ੍ਰਹਮ ਕਵਚ ਕੋ ਜਾਪ ਉਚਾਰਾ, ਔਰ ਬ੍ਰਹਮ ਕਵਚ ਕੋ ਜਾਪ ਉਚਾਰਾ, ਜਿਹੜਾ ਬ੍ਰਹਮ ਕਵਚ ਸਾਧ ਸੰਗਤ ਜੀ ਬਾਣੀ ਹੈ, ਦਸਵੇਂ ਪਾਤਸ਼ਾਹ ਜੀ ਮਹਾਰਾਜ ਨੇ ਅਕਾਲ ਪੁਰਖ ਦੇ 32 ਗੁਣਾਂ ਦਾ ਵਿਖਿਆਨ ਕੀਤਾ ਹੈ। ਉਹ ਜਿਹੜੀ ਬ੍ਰਹਮ ਕਵਚ ਦੀ ਬਾਣੀ ਹੈ, ਉਹਦਾ ਜਾਪ ਲਗਾਤਾਰ ਨਿਰੰਤਰ ਕਰਦੇ ਹਨ। ਚੰਡੀ ਪਾਠ ਜਪੈ ਬਹੁ ਬਾਰੀ, ਚੰਡੀ ਦਾ ਪਾਠ ਦਿਨ ਰਾਤ ਕਰਦੇ ਹਨ। ਚੰਡੀ ਚਰਿੱਤਰ ਦਾ, ਚੰਡੀ ਦੀ ਵਾਰ ਦਾ, ਔਰ ਚੰਡੀ ਚਰਿੱਤਰ ਪਹਿਲਾ, ਚੰਡੀ ਚਰਿੱਤਰ ਦੂਜਾ। ਇਸ ਤਰ੍ਹਾਂ ਹੀ ਸਾਧ ਸੰਗਤ ਜੀ, ਜੋ ਦਸਮ ਪਾਤਸ਼ਾਹ ਦੀ ਬਾਣੀ ਵਿੱਚ ਮੋਹਣੀ ਛੰਦ ਆਉਂਦਾ ਹੈ, ਜੈ ਦੇਵੀ ਭੇਵੀ ਪਾਵਾਣੀ, ਪੌਖੰਡੀ ਦੁਰਗਾ ਸੋਬਾਣੀ ਸਰਬਾਣੀ। ਇਸ ਤਰ੍ਹਾਂ ਮਹਾਰਾਜ ਅਕਾਲ ਪੁਰਖ ਦੀ ਸ਼ਕਤੀ ਦੇ ਬੇਅੰਤ ਨਾਮ ਹਨ, ਜਿਹੜੇ ਮਹਾਰਾਜ ਆਪ ਜਪਦੇ ਰਹਿੰਦੇ ਹਨ। ਨਾਮ ਹਜ਼ਾਰੋਂ ਕਰਹਿ ਉਚਾਰੀ, ਪਰਮੇਸ਼ਰ ਦੀ ਸ਼ਕਤੀ ਦੇ ਹਜ਼ਾਰਾਂ ਹੀ ਨਾਮ ਹਨ, ਜੋ ਦਸਵੇਂ ਪਾਤਸ਼ਾਹ ਉਚਾਰਨ ਕਰਦੇ ਹਨ। ਸੰਤ ਅਚਕੜੇ ਗ੍ਰੰਥ ਮਝਾਰਾ, ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਚਕੜਾ ਛੰਦ ਆਉਂਦਾ ਹੈ। ਪਾਰਸਨਾਥ ਦੀ ਕਥਾ ਵਿੱਚ ਸੀਤਲਾ, ਅੰਬਕਾ, ਸੀਤਲਾ, ਸਾਵਜਾ, ਇਸ ਤਰ੍ਹਾਂ ਪਰਮੇਸ਼ਰ ਦੇ ਨਾਮ ਆਉਂਦੇ ਹਨ, ਜਿਹੜੇ ਉਹਦਾ ਜਾਪ ਲਗਾਤਾਰ ਦਸਵੇਂ ਪਾਤਸ਼ਾਹ ਕਰਦੇ ਹਨ। ਆਦ ਮੋਹਨੀ ਛੰਦ ਉਚਾਰਾ, ਭੈਰਵੀ, ਪੈਹਰੀ, ਭੂਚਰਾ, ਭਾਵਨੀ, ਤਿਰਕਟਾ, ਚਰਪਟਾ, ਚਾਵੜਾ, ਮਾਨਵੀ, ਜੋਬਨਾ, ਜੈ ਕਰੀ, ਜਾਂਬਰੀ, ਜਾਲਪਾ, ਤੋਤਲਾ, ਤੰਦਲਾ, ਦੰਤਲੀ, ਕਾਲਕਾ। ਇਹ ਪਾਰਸਨਾਥ ਵਿੱਚ ਅਚਕੜਾ ਛੰਦ ਮਹਾਰਾਜ ਨੇ ਲਿਖਿਆ ਹੈ। ਉਹਦਾ ਜਾਪ ਕਰਦੇ ਹਨ। ਤਿਨ ਮੈਂ ਭਨੈ ਨਾਮ ਜੀ ਬਿੰਦਾ, ਔਰ ਮੋਹਣੀ ਛੰਦ ਜਿਹੜਾ ਆ ਸੱਚੇ ਪਾਤਸ਼ਾਹ ਦਸਮ ਦੇ ਵਿੱਚ ਅਚਕੜੇ ਛੰਦ ਤੋਂ ਪਹਿਲਾਂ ਆਉਂਦਾ ਹੈ, ਉਹਦਾ ਉਚਾਰਨ ਕਰਦੇ ਹਨ। ਤਿਨ ਮੈਂ ਭਨੈ ਨਾਮ ਜੋ ਬਰਿੰਦਾ। ਇਹਨਾਂ ਛੰਦਾਂ ਵਿੱਚ ਜਿਹੜੇ ਵਾਹਿਗੁਰੂ ਦੇ ਬੇਅੰਤ ਨਾਮ ਹਨ, ਬੜੇ ਸੁੰਦਰ ਢੰਗ ਨਾਲ ਪਰੋਏ ਹੋਏ ਹਨ। ਉਹ ਆਪ ਹੀ ਸੱਚੇ ਪਾਤਸ਼ਾਹ ਨੇ ਬਾਣੀ ਰਚ ਕੇ ਉਹਦਾ ਜਾਪ ਸ਼ੁਰੂ ਕੀਤਾ ਹੈ। ਗੁਰ ਕਵਿਤਾ ਮੈਂ ਬਣੇ ਬਿਲੰਦਾ, ਇਹ ਗੁਰੂ ਦੀ ਬਾਣੀ, ਗੁਰੂ ਦੀ ਕਵਿਤਾ ਦੇ ਵਿੱਚ, ਗੁਰੂ ਦੇ ਛੰਦਾਂ ਵਿੱਚ ਇਹਦੀ ਰਚਨਾ ਹੋਈ ਹੈ। ਗੁਰੂ ਸਾਹਿਬ ਜੀ ਨੇ ਜੋ ਕਾਵਿ ਰਚਨਾ ਕੀਤੀ ਹੈ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ, ਉਹਦੇ ਵਿੱਚ ਮੋਹਣੀ ਛੰਦ, ਅਚਕੜਾ ਛੰਦ, ਇਸੇ ਤਰ੍ਹਾਂ ਸਾਧ ਸੰਗਤ ਜੀ ਹੋਰ ਭੁਜੰਗ ਪ੍ਰਯਾਦ ਛੰਦ ਭਰੇ, ਚੌਗਣੀ ਪੱਤਰ 64 ਚਾਰੰਗ ਚਲਗੀ ਠਾਮ ਠਾਮੰਗ ਡਕਾਰੰਗ ਡਕਾਰੰਗ। ਇੱਦਾਂ ਮਹਾਰਾਜ ਦੀ ਬਾਣੀ ਬਹੁਤ ਸਾਰੀ ਜਿਹੜੀ ਅਕਾਲ ਪੁਰਖ ਦੀ ਸ਼ਕਤੀ ਦੇ ਉਸਤਤ ਵਿੱਚ ਮਹਾਰਾਜ ਨੇ ਲਿਖੀ ਹੈ। ਸੋ ਸਭ ਨਾਮ ਰਟੈ ਬਹੁ ਬਾਰੀ, ਉਹ ਸਾਰੇ ਨਾਮ ਜਿਹੜੇ ਹਨ ਆਦਮਾਤ ਸ਼ਕਤੀ ਦੇ, ਉਹ ਮਹਾਰਾਜ ਦਿਨ ਰਾਤ ਜਪੀ ਜਾਂਦੇ ਹਨ। ਨਮੋ ਕਰਨ ਤਿਨ ਸੰਗ ਉਚਾਰੀ, ਔਰ ਉਹਨਾਂ ਨਾਮਾਂ ਨੂੰ ਉਚਾਰਨ ਕਰ ਕਰਕੇ ਨਮਸਕਾਰ ਕਰਦੇ ਹਨ ਪਰਮੇਸ਼ਰ ਦੀ ਸ਼ਕਤੀ ਦੇ ਅੱਗੇ। ਜਾਨੀ ਪਰੀ ਬਿਦਤ ਅਬ ਹੋਏ ਹੈ, ਹੁਣ ਨਿਸ਼ਾਨੀਆਂ ਪ੍ਰਗਟ ਹੋਣ ਲੱਗ ਪਈਆਂ ਨੇ ਕਿ ਹੁਣ ਚੰਡੀ ਛੇਤੀ ਪ੍ਰਗਟ ਹੋ ਜਾਵੇਗੀ। ਸਫਲ ਕਰੇਗੀ ਕ੍ਰਿਤ ਸਭ ਕੋਈ ਹੈ, ਜਿੰਨਾ ਇੰਨੇ ਸਾਲ ਤੋਂ ਲਗਾਤਾਰ ਪ੍ਰਯੋਗ ਚੱਲ ਰਿਹਾ ਹੈ, 10 ਮਹੀਨਿਆਂ ਤੋਂ ਇਹ ਹਮਨ ਚੱਲ ਰਿਹਾ ਹੈ, ਲੱਗਦਾ ਹੈ ਹੁਣ ਇਹ ਬਹੁਤ ਛੇਤੀ ਪੂਰਨ ਹੋ ਜਾਵੇਗਾ।
ਜਗਤ ਮਾਤ ਚੰਡਕਾ ਛੇਤੀ ਹੀ ਪ੍ਰਗਟ ਹੋ ਜਾਵੇਗੀ। ਇਮਹੀ ਫਾਗਣ ਮਾਸ ਬਿਤਾਇਓ। ਇਸ ਤਰ੍ਹਾਂ 10ਵਾਂ ਮਹੀਨਾ ਜਿਹੜਾ ਤਪੱਸਿਆ ਦਾ ਸੀ ਉਹ ਵੀ ਫਗਣ ਦਾ ਮਹੀਨਾ ਬਤੀਤ ਹੋ ਗਿਆ ਚੜਿਓ ਚੇਤ ਸੁੰਦਰ ਦਰਸਾਇਓ। ਔਰ ਚੇਤਰ ਦਾ ਮਹੀਨਾ ਚੜਿਆ, ਬੜੀ ਸੋਹਣੀ ਰੁੱਤ ਆਈ ਹੈ। ਕੁਸਮਤ ਕਾਨਨ ਭੇ ਸਭ ਥਾਈ। ਔਰ ਸਾਰੇ ਜੰਗਲਾਂ ਵਿੱਚ ਬਾਗਾਂ ਵਿੱਚ ਬਾਗ ਬਗੀਚੇ ਖਿੜ ਗਏ ਹਨ। ਅਕਾਲ ਪੁਰਖ ਪਰਮੇਸ਼ਰ ਦੀ ਸ਼ਕਤੀ ਦਾ ਪ੍ਰਗਟ ਹੋਣਾ ਹੈ। ਉਸ ਤੋਂ ਪਹਿਲਾਂ ਹੀ ਰੁੱਤ ਬਸੰਤ ਨੇ ਆਪਣਾ ਸੋਹਣਾ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ ਹੈ। ਰੁੱਤ ਆਈ ਲੈ ਸਰਸ ਬਸੰਤ ਮਾਹੇ। ਬਸੰਤ ਦੀ ਬੜੀ ਸੋਹਣੀ ਰੁੱਤ ਆਈ ਹੈ ਤੇ ਬੜੇ ਸੋਹਣੇ ਫੁੱਲ ਖਿੜੇ ਹਨ ਹੋਰ ਗੁੰਜਾਰਤ ਹੈ ਸਮੁਦਾਈ। ਔਰ ਸਾਰੇ ਬਾਗਾਂ ਬਗੀਚਿਆਂ ਵਿੱਚ ਫੁੱਲਾਂ ਦੇ ਉੱਤੇ ਭੌਰੇ ਮੰਡਰਾਉਂਦੇ ਫਿਰਦੇ ਹਨ, ਗੂੰਜਾਂ ਪਾਉਂਦੇ ਹਨ। ਫੂਲ ਪ੍ਰਫੁੱਲਿਤ ਬਰਨ ਬਰਨ ਕੇ। ਔਰ ਰੰਗ ਰੰਗ ਦੇ ਫੁੱਲ ਖਿੜੇ ਹਨ ਬਾਗਾਂ ਦੇ ਵਿੱਚ। ਭਾਸਤ ਚਾਰ ਆਕਾਰ ਤਰਨ ਕੇ। ਔਰ ਉਹਨਾਂ ਫੁੱਲਾਂ ਦੇ ਸਾਧ ਸੰਗਤ ਜੀ ਆਕਾਰ ਵੀ ਬੜੇ ਸੋਹਣੇ ਹਨ। ਉੱਚੇ ਗਿਰ ਕੇ ਸਿਖਰ ਸਿਥਰ ਹੈ। ਉੱਚੇ ਪਹਾੜ ਦੇ ਚੋਟੀ ਦੇ ਉੱਤੇ ਇਹ ਫੁੱਲ ਤੇ ਆਲੇ ਦੁਆਲੇ ਨਜ਼ਰ ਆਉਂਦੇ ਬਗੀਚਿਆਂ ਵਿੱਚ। ਸਤਿਗੁਰੂ ਪਾਤਸ਼ਾਹ ਨੈਣਾ ਦੇਵੀ ਦੇ ਟਿੱਲੇ ਤੇ ਬਿਰਾਜਮਾਨ ਹਨ। ਅਵਲੋਕਤ ਤੁਰਵਰ ਤਰ ਤਰ ਹੈ। ਔਰ ਮਹਾਰਾਜ ਉੱਥੋਂ ਉੱਚੇ ਪਹਾੜ ਤੋਂ ਨਿਗਾਹ ਮਾਰਦੇ ਹਨ। ਆਲੇ ਦੁਆਲੇ ਹਰੇ ਭਰੇ ਹਜ਼ਾਰਾਂ ਲੱਖਾਂ ਦਰਖਤ ਨਜ਼ਰ ਆਉਂਦੇ ਹਨ। ਮਾਸ ਇਕਾਦਸਮੂ ਤਬ ਆਇਓ। ਤੇ ਇਹ ਤਪੱਸਿਆ ਕਰਦੇ 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 10ਵਾਂ ਮਹੀਨਾ ਪੂਰਾ ਹੋ ਗਿਆ ਤੇ 11ਵਾਂ ਮਹੀਨਾ ਚੜ ਗਿਆ। ਚਾਹਤ ਸ਼੍ਰੀ ਚੰਡੀ ਬਿਦਤਾਇਓ। ਚੰਡੀ ਪ੍ਰਗਟ ਹੋਣਾ ਚਾਹੁੰਦੀ ਹੈ। ਚੰਡੀ ਦੇ ਪ੍ਰਗਟ ਹੋਣ ਦਾ ਸਮਾਂ ਆ ਗਿਆ ਹੈ। ਹਮਨ ਕਰਨ ਲਾਗੇ ਪੁਨ ਕਨੂ। ਹੁਣ ਮਹਾਰਾਜ ਅੱਗੇ ਨਾਲੋਂ ਵੀ ਜ਼ਿਆਦਾ ਹਮਨ ਕਰਨ ਲੱਗ ਪਏ ਹਨ। ਕਰੜੀ ਤਪੱਸਿਆ ਵਿੱਚ ਲੀਨ ਹੋ ਗਏ ਹਨ। ਮੇਵਾ ਅਦਕ ਘ੍ਰਿਤ ਕੇਸਨੂ। ਬਹੁਤ ਸਾਰੇ ਮੇਵੇ ਜਿਹਦੇ ਵਿੱਚ ਸਾਧ ਸੰਗਤ ਜੀ ਗਰੀਆਂ ਛੁਹਾਰੇ ਔਰ ਬਹੁਤ ਸਾਰੇ ਬਦਾਮ ਆਦਿਕ ਜਿਹੜੇ ਪਦਾਰਥ ਹਨ ਉਹ ਪੈਂਦੇ ਹਨ। ਉਹਨਾਂ ਦਾ ਮਿਸ਼ਰਣ ਕਰਕੇ ਹਮਨ ਸਮੱਗਰੀ ਤਿਆਰ ਕੀਤੀ ਜਾਂਦੀ ਹੈ। ਵਿੱਚ ਹੀ ਇਲਾਇਚੀਆਂ ਛੋਟੀਆਂ ਵੱਡੀਆਂ ਪਾਈਆਂ ਜਾਂਦੀਆਂ ਨੇ, ਲੌਂਗ ਪਾਏ ਜਾਂਦੇ ਨੇ। ਸੁਗੰਧੀ ਵਾਲੀਆਂ ਜਿੰਨੀਆਂ ਵੀ ਚੀਜ਼ਾਂ ਹਨ ਜਿਨ੍ਹਾਂ 'ਚੋਂ ਤੇਲ ਨਿਕਲਦਾ ਹੋਵੇ ਜਾਂ ਸਾਧ ਸੰਗਤ ਜੀ ਸੁਗੰਧੀ ਆਉਂਦੀ ਹੋਵੇ, ਇਹੋ ਜਿਹੀਆਂ ਸਾਰੀਆਂ ਹੀ ਬਹੁਤ ਕੀਮਤੀ ਵਸਤੂਆਂ ਕੇਸਰ, ਕਸਤੂਰੀ, ਚੰਦਨ, ਅਗਰ, ਕਪੂਰ, ਇਹ ਸਾਰੀਆਂ ਚੀਜ਼ਾਂ ਦਾ ਮਿਸ਼ਰਣ ਕਰਕੇ ਹਵਨ ਸਮੱਗਰੀ ਪਾਈ ਜਾ ਰਹੀ ਹੈ। ਸਗਨ ਹੋਣ ਲਾਗੇ ਸੁਭ ਸਾਰੇ। ਹੁਣ 11ਵਾਂ ਮਹੀਨਾ ਸ਼ੁਭ ਸਗਨ ਹੋਣ ਲੱਗੇ ਹਨ। ਐਸੀਆਂ ਨਿਸ਼ਾਨੀਆਂ ਚਿੰਨ੍ਹ ਪ੍ਰਗਟ ਹੋਣ ਲੱਗੇ ਹਨ ਕਿ ਹੁਣ ਛੇਤੀ ਚੰਡੀ ਪ੍ਰਗਟ ਹੋ ਜਾਵੇਗੀ। ਲਾਟ ਦਾਹਨੀ ਦਿਸ਼ਾ ਉਸਾਰੇ। ਹੁਣ ਜਿਹੜੇ ਸੱਜੇ ਪਾਸੇ ਮਹਾਰਾਜ ਹਉਤੀ ਪਾਉਂਦੇ ਦਾਹਣੀ ਦਿਸ਼ਾ ਤੋਂ ਲਾਟ ਨਿਕਲਦੀ ਹੈ। ਇਹ ਵੀ ਮੰਨਿਆ ਜਾਂਦਾ ਜਦੋਂ ਦਾਹਣੀ ਸੱਜੇ ਪਾਸਿਓਂ ਚੰਡੀ ਪ੍ਰਗਟ ਹੋਣ ਦਾ ਨਿਸ਼ਾਨ ਪ੍ਰਗਟ ਹੋਵੇ ਤਾਂ ਚੰਡੀ ਪ੍ਰਗਟ ਹੋ ਕੇ ਰਹਿੰਦੀ ਹੈ। ਆਹੂਤੀ ਜੋ ਕਰ ਕਮਲ ਮਝਾਰੇ। ਜੋ ਸਤਿਗੁਰੂ ਜੀ ਦੇ ਕਰ ਕਮਲਾਂ ਵਿੱਚ ਆਹੂਤੀ ਵਾਲਾ ਕੜਛਾ ਹੈ। ਸਮੁਖ ਆਏ ਹਿਤ ਲੀਨ ਆਹਾਰੇ। ਉਹ ਚੰਡੀ ਉਹਨੂੰ ਸਮਝੋ ਲੈਣ ਵਾਸਤੇ ਆਉਂਦੀ ਹੈ। ਜਦੋਂ ਮਹਾਰਾਜ ਪਾਉਂਦੇ ਨੇ ਨਾ, ਚਰੂ ਪਾਉਂਦੇ ਨੇ, ਸਰੋਏ ਦੇ ਨਾਲ ਚਮਚੇ ਦੇ ਨਾਲ ਪਾਉਂਦੇ ਨੇ, ਉਸ ਵੇਲੇ ਉਹ ਜਿਹੜੀ ਅਗਨੀ ਆਪ ਪਹਿਲਾਂ ਪ੍ਰਗਟ ਹੋ ਜਾਂਦੀ ਹੈ। ਇਹ ਨਿਸ਼ਾਨੀ ਮੰਨੀ ਜਾਂਦੀ ਹੈ ਵੀ ਆਹੂਤੀ ਲੈਣ ਵਾਸਤੇ ਅੱਗ ਆਪ ਕਾਹਲੀ ਪਈ ਹੋਈ ਆ। ਅਗਨੀ ਦੇਵਤਾ ਉਹ ਆਹੂਤੀ ਲੈ ਰਿਹਾ ਹੈ। ਇਤਿਆਦਿਕ ਪਿਖ ਵਿਪਰ ਪ੍ਰਵੀਨੋ। ਇਹ ਨਿਸ਼ਾਨੀਆਂ ਜਦੋਂ ਸਿਆਣੇ ਪੰਡਤ ਕੇਸੋ ਦਾਸ ਨੇ ਵੇਖੀਆਂ, ਹੋਏ ਹੈ ਬਿਦਤ ਹਿਰਦੈ ਮਚੀਨੋ। ਉਹਨੂੰ ਮਹਿਸੂਸ ਹੋ ਗਿਆ ਵੀ ਚੰਡੀ ਹੁਣ ਜ਼ਰੂਰ ਪ੍ਰਗਟ ਹੋਵੇਗੀ। ਸਾਲ ਪਹਿਲਾਂ ਤਾਂ ਉਹਨੂੰ ਵਿਸ਼ਵਾਸ ਨਹੀਂ ਸੀ ਹੁੰਦਾ। ਮਹਾਰਾਜ ਨੂੰ ਕਹਿੰਦਾ ਸੀ, ਮਹਾਰਾਜ ਮੈਂ ਤਾਂ ਪ੍ਰਯੋਗ ਕਰ ਦਿਆਂਗਾ, ਪ੍ਰਗਟ ਹੋਣੀ ਜਾਂ ਨਾ ਹੋਣੀ ਇਹ ਮੇਰੇ ਵੱਸ ਦੀ ਗੱਲ ਨਹੀਂ। ਇਹ ਆਪ ਜੀ ਚਾਹੋ ਤਾਂ ਪ੍ਰਗਟ ਕਰ ਸਕਦੇ ਹੋ। ਪੰਡਤ ਕੇਸੋ ਦਾਸ ਨੂੰ ਹੁਣ ਵਿਸ਼ਵਾਸ ਹੋਣ ਲੱਗਾ ਹੈ ਕਿ ਹੁਣ ਇਹ ਚੰਡੀ ਪ੍ਰਗਟ ਕਰਕੇ ਹੀ ਰਹਿਣਗੇ। ਪ੍ਰਭ ਸੋ ਕਰੀ ਜਨਾ ਮਨ ਸੋਈ। ਜਦੋਂ ਇਹ ਨਿਸ਼ਾਨੀਆਂ, ਇਹ ਚਿੰਨ੍ਹ ਕੇਸੋ ਦਾਸ ਨੂੰ ਮਹਿਸੂਸ ਹੋਏ ਤਾਂ ਉਸਨੇ 10ਵੇਂ ਪਾਤਸ਼ਾਹ ਨੂੰ ਦੱਸਿਆ। ਕਾਜ ਸਿੱਧ ਭਾ ਬਿਲਮ ਨਾ ਕੋਈ। ਮਹਾਰਾਜ ਜੀ ਕਾਰਜ ਸਿੱਧ ਹੋ ਚੱਲਿਆ ਹੈ, ਕੋਈ ਦੇਰੀ ਨਹੀਂ ਹੈ।
ਨਿਸ਼ਾਨੀਆਂ ਪ੍ਰਗਟ ਹੋ ਰਹੀਆਂ ਹਨ। ਆਪ ਸੁਚੇਤ ਬਣੋ ਸਭ ਭਾਂਤੀ। ਹੁਣ ਆਪ ਸੁਚੇਤ ਰਿਹਾ ਜੇ, ਸਾਵਧਾਨ ਰਿਹਾ ਜੇ ਮਹਾਰਾਜ, ਕਿਉਂਕਿ ਚੰਡੀ ਦੇ ਦਰਸ਼ਨ ਆਪ ਜੀ ਨੂੰ ਹੀ ਹੋਣੇ ਹਨ। ਵਿਦਤੈ ਮਾਸ ਦਿਵਸ ਕਹਿ ਰਾਤੀ। ਮਹਾਰਾਜ ਇਹ ਪਤਾ ਨਹੀਂ ਅਗਲੇ ਮਹੀਨੇ ਪ੍ਰਗਟ ਹੋ ਜਾਏ ਜਾਂ ਕੱਲ੍ਹ ਹੀ ਪ੍ਰਗਟ ਹੋ ਜਾਏ, ਤੇ ਕੋਈ ਪਤਾ ਨਹੀਂ ਅੱਜ ਦੀ ਰਾਤ ਨੂੰ ਹੀ ਪ੍ਰਗਟ ਹੋ ਜਾਵੇ। ਕਿਸੇ ਵੀ ਘੜੀ ਕਿਸੇ ਵੀ ਪਲ ਇਹ ਹੁਣ ਸ਼ਕਤੀ ਨੇ ਪ੍ਰਗਟ ਹੋ ਜਾਣਾ ਹੈ। ਅਗਰ ਥਿਰੋ ਧੀਰਜ ਉਰ ਧਰਨੀ। ਮਹਾਰਾਜ ਹੁਣ ਤੁਸੀਂ ਇੱਥੇ ਹਮਨਕੁੰਡ ਤੇ ਜ਼ਿਆਦਾ ਹੀ ਬੈਠੇ ਰਿਹਾ ਕਰੋ, ਤੁਹਾਨੂੰ ਬੈਠਣਾ ਪਵੇਗਾ, ਤੇ ਬੈਠਣਾ ਵੀ ਬੜੇ ਹੌਸਲੇ ਨਾਲ ਪਵੇਗਾ, ਧੀਰਜ ਨਾਲ ਬੈਠਣਾ ਪਵੇਗਾ, ਕਿਉਂਕਿ ਇਹ ਸ਼ਕਤੀ ਜਦੋਂ ਪ੍ਰਗਟ ਹੁੰਦੀ ਹੈ ਨਾ ਸਾਹਮਣੇ ਆ ਕੇ, ਤਾਂ ਉਸ ਵੇਲੇ ਸ਼ਕਤੀ ਨੂੰ ਵੇਖ ਕੇ ਵੱਡਿਆਂ ਵੱਡਿਆਂ ਦੇ ਹੌਸਲੇ ਪਸਤ ਹੋ ਜਾਂਦੇ ਹਨ, ਘਬਰਾਹਟ ਹੋ ਜਾਂਦੀ ਹੈ, ਡਰ ਜਾਂਦੇ ਹਨ, ਉਹ ਪ੍ਰਤਾਪ ਝੱਲਿਆ ਨਹੀਂ ਜਾਂਦਾ। ਆਪ ਜੀ ਦੇ ਸਾਹਮਣੇ ਜਦੋਂ ਸ਼ਕਤੀ ਨੇ ਪ੍ਰਗਟ ਹੋਣਾ ਹੈ, ਆਪ ਜੀ ਸਾਵਧਾਨ ਰਿਹਾ ਜੇ, ਧੀਰਜ ਦੇ ਸਹਿਤ ਰਿਹਾ ਜੇ, ਹੱਥਨ ਜੋਰ ਪ੍ਰਸ਼ੰਸਾ ਕਰਨੀ। ਤੇ ਹੱਥ ਜੋੜ ਕੇ ਉਸ ਜਗਤ ਮਾਤ ਚੰਡਕਾ ਦੀ ਪ੍ਰਸ਼ੰਸਾ ਕਰਨੀ ਹੈ, ਕਿਉਂਕਿ ਸ਼ਕਤੀਆਂ ਜਿਹੜੀਆਂ ਅਕਾਲ ਪੁਰਖ ਪਰਮੇਸ਼ਰ ਦੀਆਂ ਛੋਟੀਆਂ ਮੋਟੀਆਂ ਵੀ ਨੇ, ਉਹ ਵੀ ਸਾਧ ਸੰਗਤ ਜੀ ਨਹੀਂ ਝੱਲੀਆਂ ਜਾਂਦੀਆਂ, ਪਰ ਮਹਾਰਾਜ ਸਾਰੀਆਂ ਸ਼ਕਤੀਆਂ ਨੂੰ ਪਹਿਲਾਂ ਦੇਖ ਚੁੱਕੇ ਹਨ। ਇੰਦਰਾਣੀ ਜਿਹੜੀ ਇੰਦਰ ਦੀ ਘਰ ਵਾਲੀ ਇੰਦਰ ਦੀ ਸ਼ਕਤੀ ਹੈ, ਉਹ ਵੀ ਆਈ ਸੀ, ਮਹਾਰਾਜ ਨੂੰ ਕਹਿੰਦੀ ਸਾਡੇ ਤੋਂ ਸੇਵਾ ਲੈ ਲਓ। ਮਹਾਰਾਜ ਕਹਿੰਦੇ ਤੁਹਾਡਾ ਕੰਮ ਨਹੀਂ ਹੈ, ਜਿਹੜੀ ਸ਼ਕਤੀ ਨੂੰ ਅਸੀਂ ਆਰਾਧ ਰਹੇ ਹਾਂ ਉਹੀ ਚਾਹੀਦੀ ਹੈ, ਆਦਿ ਸ਼ਕਤੀ, ਸਾਰਿਆਂ ਤੋਂ ਸ਼੍ਰੋਮਣੀ ਸ਼ਕਤੀ, ਚੰਡਕਾ, ਕਾਲਕਾ, ਮੌਤ ਰੂਪੀ ਜੋ ਜੰਗ ਰੂਪੀ ਸ਼ਕਤੀ ਹੈ ਉਹ ਚਾਹੀਦੀ ਹੈ। ਸੱਚੇ ਪਾਤਸ਼ਾਹ ਮਹਾਰਾਜ ਹੁਣ ਸਿਖਰ ਦੇ ਨੇੜੇ ਪਹੁੰਚ ਚੁੱਕੇ ਨੇ, ਇਸ ਕਰਕੇ ਕੇਸੋ ਦਾਸ ਮਹਾਰਾਜ ਨੂੰ ਕਹਿ ਰਿਹਾ, ਮਹਾਰਾਜ ਜਦੋਂ ਇਹ ਸ਼ਕਤੀ ਪ੍ਰਗਟ ਹੋਵੇ ਤਾਂ ਹੱਥ ਜੋੜ ਕੇ ਨਮਸਕਾਰ ਕਰਨੀ ਹੈ ਅਤੇ ਉਸ ਦੀ ਪ੍ਰਸ਼ੰਸਾ ਕਰਨੀ ਹੈ। ਵਰ ਜਾਚੋ ਜਬ ਮਾਤਾ ਕਹੈ। ਜਦੋਂ ਮਾਤਾ ਕਹੇਗੀ ਵੀ ਵਰ ਮੰਗੋ, ਤਾਂ ਉਸ ਵੇਲੇ ਤੁਸੀਂ ਵਰ ਮੰਗ ਲੈਣਾ। ਕਰੋ ਮਨੋਰਥ ਜੋ ਅਬ ਹੈ। ਜੋ ਵੀ ਮਨ ਦੇ ਵਿੱਚ ਆਪ ਜੀ ਦੇ ਮਨੋਰਥ ਹੈ, ਉਹ ਆਪਣਾ ਪਰਮੇਸ਼ਰ ਦੀ ਸ਼ਕਤੀ ਦੇ ਅੱਗੇ ਰੱਖ ਦੇਣਾ, ਕਿਉਂਕਿ ਜੋ ਵੀ ਮਨ ਕੀ ਬਿਰਥਾ ਹੋਏ, ਜੀ ਕੀ ਬਿਰਥਾ ਹੋਏ, ਸੋ ਗੁਰ ਪੈ ਅਰਦਾਸ ਕਰ। ਜਿਹੜੀ ਵੀ ਕੋਈ ਆਪਣੇ ਹਿਰਦੇ ਵਿੱਚ ਬੇਦਨ ਹੋਵੇ, ਕੋਈ ਲੋੜ ਹੋਵੇ, ਉਹ ਅਕਾਲ ਪੁਰਖ ਪਰਮੇਸ਼ਰ ਤੋਂ ਮੰਗੀ ਜਾ ਸਕਦੀ ਹੈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਉਹ ਦਾਤਾ ਜਿਹੜਾ ਅੱਜ ਸ਼ਕਤੀ ਦੇ ਰੂਪ 'ਚ ਸਾਹਮਣੇ ਆਵੇਗਾ, ਜਦੋਂ ਉਸ ਵੇਲੇ ਮਹਾਰਾਜ ਜੋ ਵੀ ਤੁਹਾਡੀ ਇੱਛਾ ਹੈ ਉਹ ਮੰਗ ਲੈਣਾ, ਉਹੀ ਮਿਲ ਜਾਵੇਗੀ। ਅਰਪਣ ਕਰੋ ਭੇਟ ਜੋ ਤਵੈ। ਜੋ ਵੀ ਤੁਹਾਡੇ ਕੋਲ ਮਹਾਰਾਜ ਉਸ ਵੇਲੇ ਭੇਟਾ ਹੋਵੇ, ਉਹ ਭੇਟਾ ਚੰਡਕਾ ਦੇ ਚਰਨਾਂ 'ਚ ਅਰਪਣ ਕਰ ਦਿਆ ਜੇ। ਤਿਆਰੀ ਕਰ ਰੱਖੋ ਅਬ ਸਵੈ। ਆਪ ਤਿਆਰੀ ਕਰਕੇ ਰੱਖੋ ਮਹਾਰਾਜ, ਹੁਣ ਸ਼ਕਤੀ ਦੇ ਪ੍ਰਗਟ ਹੋਣ ਦਾ ਸਮਾਂ ਬਿਲਕੁਲ ਨਜ਼ਦੀਕ ਆ ਚੁੱਕਾ ਹੈ। ਸਤਿਗੁਰੂ ਆਨੰਦੋ ਪਾਇਓ। ਪੰਡਿਤ ਕੇਸਵ ਦਾਸ ਦੇ ਬਚਨ ਸੁਣ ਕੇ ਬਾਜਾਂ ਵਾਲੇ ਕਲਗੀਆਂ ਵਾਲੇ ਪਾਤਸ਼ਾਹ ਬੜੇ ਪ੍ਰਸੰਨ ਹੋਏ ਹਨ। ਕੇਸਵ ਕੋ ਬਾਕ ਸੁਣਾਇਓ। ਤੇ ਕੇਸਵ ਦਾਸ ਨੂੰ ਮਹਾਰਾਜ ਬਚਨ ਕਿਹਾ ਹੈ, ਤੁਮ ਹੀ ਹੋ ਇੱਕ ਓਟ ਹਮਾਰੀ। ਮਹਾਰਾਜ ਕਹਿੰਦੇ ਪੰਡਿਤ ਜੀ ਤੁਸੀਂ ਸਾਡਾ ਇੱਕ ਸਹਾਰਾ ਹੋ। ਨਿਜ ਛਤਰੀ ਕੇ ਦਿਜ ਰਖਵਾਰੀ। ਕਿਉਂਕਿ ਬ੍ਰਾਹਮਣ ਹੋ ਤੁਸੀਂ, ਬ੍ਰਾਹਮਣਾਂ ਤੇ ਛਤਰੀਆਂ ਦੀ ਅਗਵਾਈ ਤੁਸੀਂ ਕਰਦੇ ਆਏ ਹੋ, ਔਰ ਰਾਖੀ ਕਰਨੀ ਤੁਹਾਡਾ ਫਰਜ਼ ਹੈ। ਮਹਾਰਾਜ ਇੱਕ ਤਰ੍ਹਾਂ ਦਾ ਵਿਅੰਗ ਜਿਹਾ ਕਰ ਰਹੇ ਨੇ ਕੇਸਵ ਦਾਸ ਜੀ ਨੂੰ, ਕਿਉਂਕਿ ਕੇਸਵ ਦਾਸ ਜੀ ਨੂੰ ਹੁਣ ਪਤਾ ਲੱਗ ਗਿਆ ਵੀ ਚੰਡੀ ਪ੍ਰਗਟ ਹੋਣੀ ਹੈ, ਤੇ ਜਦੋਂ ਪ੍ਰਗਟ ਹੋਣੀ ਹੈ ਤੇ ਮਹਾਰਾਜ ਨੇ ਬਲੀ ਵੀ ਦੇਣੀ ਹੈ, ਤੇ ਤਿਆਰੀ ਕਰਕੇ ਰੱਖਣ। ਮਹਾਰਾਜ ਕਹਿੰਦੇ ਤੁਸੀਂ ਸਾਡੇ ਵਾਸਤੇ ਸਾਰਾ ਕੁਝ ਹੋ। ਪਿਤਾ ਸਮਾਨ ਸਦਾ ਹੀ ਕਰਤੇ। ਔਰ ਜਿਹੜੇ ਬ੍ਰਾਹਮਣ ਹਨ ਇਹ ਪਿਤਾ ਦੇ ਸਮਾਨ ਮੰਨੇ ਜਾਂਦੇ ਹਨ ਸਮਾਜ ਦੇ। ਗੁਰੂ ਜੋ ਹੋਏ ਤੇ ਜੋ ਵੀ ਕਰਦੇ ਨੇ ਭਲਾ ਹੀ ਕਰਦੇ ਨੇ। ਵਿਪਰ ਸਾਰ ਸੁਤ ਸਭ ਇਮ ਧਰਤੇ। ਜਿਹੜੇ ਸਾਰਸੁਤ ਬ੍ਰਾਹਮਣ ਹਨ ਸਾਰੇ, ਇਹ ਸਾਧ ਸੰਗਤ ਜੀ ਕਾਨ ਕੁਬਜ ਕਨੌਜੀਏ ਸਾਰਸੁਤ। ਬ੍ਰਾਹਮਣਾਂ ਦੀਆਂ ਕਈ ਮੁੱਖ ਤੇ ਕਈ ਉਪਜਾਤਾਂ ਹਨ। ਇੱਥੇ ਸਾਰਸੁਤ ਜਾਤੀ ਦਾ ਸੀ ਨਾ ਬ੍ਰਾਹਮਣ ਸਰਸਤੀ ਸੀਗਾ। ਇਹ ਜਿਹੜੇ ਸਰਸਤੀ ਨਦੀ ਦੇ ਕੰਢੇ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਮਹਾਂਪੁਰਸ਼ ਸਾਧੂ ਰਿਹਾ ਕਰਦੇ ਸਨ, ਉਹਨਾਂ ਦੀ ਔਲਾਦ ਨੂੰ ਸਾਰਸਵਤ ਬ੍ਰਾਹਮਣ ਕਹਿੰਦੇ ਹਨ। ਇਹ ਗੁਰੂ ਘਰ ਨਾਲ ਜੁੜੇ ਰਹੇ ਹਨ, ਗੁਰੂ ਘਰ ਦੀ ਤਾਬੇਦਾਰੀ ਕੀਤੀ ਹੈ,
ਇਸ ਕਰਕੇ ਸਾਰਸਵਤ ਬ੍ਰਾਹਮਣ ਤੇ ਮਹਾਰਾਜ ਕਿਰਪਾ ਕਰਨ ਲੱਗੇ ਹਨ। ਭੇਟ ਦੇਨ ਤੇ ਆਦਿਕ ਕਰਬੋ। ਮਹਾਰਾਜ ਕਹਿੰਦੇ ਪੰਡਤ ਜੀ ਭੇਟਾ ਦੇਣੀ ਆਦਿਕ ਜਿਹੜੇ ਕੰਮ ਹਨ ਸਭ ਤੁਮ ਹੀ ਤੇ ਕਾਰਜ ਸਰਬੋ। ਇਹ ਸਭ ਤੁਹਾਡੇ ਤੋਂ ਹੀ ਕੰਮ ਸਰ ਜਾਏਗਾ। ਸੁਨ ਦਿਜਬਰ ਬਹੁ ਪ੍ਰੇਮ ਉਪਾਇਓ। ਸੁਣ ਕੇ ਪੰਡਤ ਬੜੇ ਪ੍ਰੇਮ ਵਿੱਚ ਆਇਆ। ਧੰਨ ਧੰਨ ਗੁਰ ਬੈਨ ਸੁਣਾਇਓ। ਧੰਨ ਗੁਰੂ ਕਲਗੀਧਰ ਪਾਤਸ਼ਾਹ, ਧੰਨ ਗੁਰੂ ਕਲਗੀਧਰ ਪਾਤਸ਼ਾਹ ਕਿਹਾ ਹੈ। ਤੁਰਕਨ ਜਰਾ ਉਖਾਰਨ ਹੇਤ। ਮਹਾਰਾਜ ਆਪ ਬੜੇ ਪਰਉਪਕਾਰੀ ਹੋ, ਜੋ ਤੁਰਕਾਂ ਯਮਨਾ ਮਲੇਸ਼ਾਂ ਦੀਆਂ ਜੜ੍ਹਾਂ ਭਾਰਤ ਭੂਮੀ ਚੋਂ ਪੱਟਣ ਵਾਸਤੇ ਚੰਡ ਅਰਾਧੀ ਹੋਏ ਸੁਚੇਤ। ਜਗਤ ਮਾਤ ਚੰਡਕਾ ਦੀ ਆਰਾਧਨਾ ਵਿੱਚ ਲੱਗੇ ਹੋ ਸੁਚੇਤ ਹੋ ਕੇ। ਜਿਮ ਹੀ ਕਰਤ ਮਸਿਆ ਆਈ। ਇਸ ਤਰ੍ਹਾਂ ਕਰਦਿਆਂ ਸਾਧ ਸੰਗਤ ਜੀ ਚੇਤਰ ਮਹੀਨੇ ਦੀ ਮੱਸਿਆ ਦਾ ਦਿਹਾੜਾ ਆ ਗਿਆ। ਅਬ ਤੇ ਪੂਜਾ ਗੁਰੂ ਵਧਾਈ। ਹੁਣ ਮਹਾਰਾਜ ਫੇਰ ਪੂਜਾ ਵਧਾ ਦਿੱਤੀ ਹੈ, ਆਪਣੀ ਤਪੱਸਿਆ ਹੋਰ ਕਰੜੀ ਕਰ ਦਿੱਤੀ ਹੈ। ਪਾਂਚ ਪਹਿਰ ਲੋ ਹਮਨ ਕਰਨ ਤੇ। ਹੁਣ 5 ਪਹਿਰ ਲਗਾਤਾਰ ਹਵਨ ਕਰੀ ਜਾਂਦੇ ਹਨ। 3 ਪਹਿਰ ਵਿਸਰਾਮ ਤਰਨ ਤੇ। ਔਰ 3 ਪਹਿਰ ਆਰਾਮ ਕਰਦੇ ਨੇ, 5 ਪਹਿਰ ਸਾਧਨਾ ਕਰਦੇ ਨੇ। ਸਵੇਰੇ 6 ਵਜੇ ਦੇ ਬੈਠੇ ਹੋਣ ਤੇ ਰਾਤ ਦੇ 9 ਵਜੇ ਤੱਕ ਇਹਨਾਂ ਲਗਾਤਾਰ ਬੈਠਦੇ ਨੇ। ਪਾਛਲ ਪੱਖ ਨਵਰਾਤਰੇ ਆਏ। ਹੁਣ ਸਾਧ ਸੰਗਤ ਜੀ ਚੇਤਰ ਮਹੀਨੇ ਦਾ ਪਿਛਲਾ ਪੱਖ ਆ ਗਿਆ, ਨਰਾਤਰੇ ਆ ਗਏ। 2 ਤਰ੍ਹਾਂ ਨਰਾਤੇ ਆਉਂਦੇ, ਇੱਕ ਅੱਸੂ ਦੇ ਮਹੀਨੇ ਚ ਆਉਂਦੇ ਆ ਜਦੋਂ ਦੁਸ਼ਹਿਰਾ ਮਨਾਉਂਦੇ ਆ, ਇੱਕ ਚੇਤਰ ਵਿੱਚ ਨਰਾਤਰੇ ਆਉਂਦੇ ਆ। ਚੇਤਰ ਵਾਲੇ ਨਰਾਤਰੇ ਆ ਗਏ ਹਨ। ਧਰਿਓ ਵਰਤ ਕਛ ਪੀ ਨ ਖਾਏ। ਹੁਣ ਮਹਾਰਾਜ ਨੇ ਹੋਰ ਕਰੜਾ ਵਰਤ ਕਰ ਦਿੱਤਾ ਨਰਾਤਿਆਂ ਵਿੱਚ, ਨਾ ਕੁਝ ਖਾਂਦੇ ਹਨ ਤੇ ਨਾ ਕੁਝ ਪੀਂਦੇ ਹਨ। ਲਗਾਤਾਰ ਜਗਤ ਮਾਤ ਚੰਡਕਾ ਦਾ ਧਿਆਨ ਕਰੀ ਜਾਂਦੇ ਹਨ। ਇੱਕ ਆਸਨ ਪਰ ਦਿਵਸ ਬਿਤਾਵੇਂ। ਸਾਰਾ ਦਿਨ ਇੱਕੋ ਚੌਂਕੜੇ ਤੇ ਬਿਤਾ ਦਿੰਦੇ ਹਨ। ਮੰਤਰ ਸਮੇਤ ਆਹੂਤੀ ਪਾਵੇਂ। ਔਰ ਮੰਤਰ ਸਮੇਤ ਆਹੂਤੀਆਂ ਪਾਉਂਦੇ ਰਹਿੰਦੇ ਹਨ। ਜੈ ਦੇਵੀ ਜੈ ਚੰਡ ਕਰਾਲੀ। ਜੈ ਦੇਵੀ, ਜੈ ਚੰਡੀ, ਜੈ ਕਾਲਕਾ, ਜੈ ਭਿਆਨਕ ਸਰੂਪ ਅਕਾਲ ਪੁਰਖ ਦੀ ਸ਼ਕਤੀ ਨੂੰ ਇਸ ਤਰ੍ਹਾਂ ਧਿਆਉਂਦੇ ਹਨ। ਜੈ ਜੈ ਅੰਬੇ ਬਹੁ ਵਿਸਾਲੀ। ਇਹ ਅੰਬਕਾ ਹੈ ਜਗਤ ਮਾਤ ਚੰਡਕਾ ਹੈ ਵਿਸ਼ਾਲ ਬਾਹਾਂ ਵਾਲੀ ਸ਼ਕਤੀ। ਧਰਨੀ ਮੈਂ ਜਸ ਉੱਤਮ ਕਰਨੀ। ਇਸ ਧਰਤੀ ਉੱਤੇ ਆਪਣੇ ਭਗਤਾਂ ਦਾ ਜਸ ਵਿਸਥਾਰਨ ਵਾਲੀ ਸ਼ਕਤੀ। ਕਰਨੀ ਸਮਰਿ ਪੁੱਤਰ ਹੋ ਹਰਨੀ। ਔਰ ਹਾਥਣੀ ਦੀ ਤਰ੍ਹਾਂ ਵੈਰੀ ਰੂਪੀ ਦਰਖਤ ਨੂੰ ਪੱਟਣ ਵਾਲੀ। ਕਰਨੀ ਕਹਿੰਦੇ ਨੇ ਹਾਥਣੀ ਨੂੰ, ਤੇ ਹਾਥਣੀ ਸਾਧ ਸੰਗਤ ਜੀ ਦਰਖਤਾਂ ਨੂੰ ਪੱਟ ਕੇ ਸੁੱਟਦੀ ਹੈ ਬੂਟਿਆਂ ਨੂੰ। ਇਸੇ ਤਰ੍ਹਾਂ ਜਿਹੜਾ ਤੁਰਕਾਂ ਦਾ ਪਾਪੀਆਂ ਜ਼ਾਲਮਾਂ ਮਲੇਸ਼ਾਂ ਦਾ ਦਰਖਤ ਭਾਰਤ ਵਿੱਚ ਲੱਗਾ ਹੋਇਆ, ਉਹਨੂੰ ਪੁੱਟਣ ਵਾਲੀ ਸ਼ਕਤੀ ਹੈ ਤੂੰ। ਹਰਨੀ ਸਮਦਰਗ ਕੰਚਨ ਬਰਨੀ। ਹਰਨੀ ਵਰਗੇ ਤੇਰੇ ਸੋਹਣੇ ਨੇਤਰ ਹਨ, ਸੋਨੇ ਵਰਗਾ ਤੇਰਾ ਸੋਹਣਾ ਰੰਗ ਹੈ। ਬਰਨੀ ਬੇਦਨ ਆਯੁਧ ਧਰਨੀ। ਵੇਦਾਂ ਨੇ ਵੀ ਤੇਰਾ ਵਰਣਨ ਕੀਤਾ ਵੀ ਤੂੰ ਸ਼ਕਤੀਆਂ ਵਾਲੀ ਹੈ, ਤੂੰ ਸ਼ਸਤਰਧਾਰੀ ਹੈ। ਬਿਨਾਂ ਸ਼ਸਤਰਾਂ ਦੇ ਸਾਧ ਸੰਗਤ ਦੀ ਸ਼ਕਤੀ ਹੁੰਦੀ ਨਹੀਂ। ਜਿਹੜੇ ਸ਼ਸਤਰਾਂ ਨੂੰ ਛੱਡ ਕੇ ਸ਼ਕਤੀ ਪਾਣੀ ਚਾਹੁੰਦੇ ਆ, ਉਹਨਾਂ ਨੂੰ ਸ਼ਕਤੀ ਪ੍ਰਾਪਤ ਨਹੀਂ ਹੁੰਦੀ। ਇਸ ਕਰਕੇ ਵੇਦਾਂ ਵਿੱਚ ਲਿਖਿਆ ਹੈ ਵੀ ਜੋ ਪ੍ਰਮਾਤਮਾ ਦੀ ਸ਼ਕਤੀ ਹੈ ਉਹ ਸ਼ਸਤਰਧਾਰੀ ਹੈ। ਜਿੰਨੇ ਵੀ ਮਹਾਂਪੁਰਸ਼ ਹੋਏ ਨੇ ਉਹ ਸਾਰੇ ਜਗਤ ਮਾਤ ਚੰਡਕਾ ਤੋਂ ਸ਼ਕਤੀ ਲੈ ਕੇ ਹੀ ਆਏ ਨੇ। ਭਗਵਾਨ ਸ੍ਰੀ ਰਾਮਚੰਦਰ ਜੀ ਮਹਾਰਾਜ ਧਨੁਸ਼ ਬਾਣ ਹਮੇਸ਼ਾ ਆਪਣੇ ਗਾਤਰੇ ਰੱਖਦੇ ਸਨ, ਔਰ ਉਹਦੇ ਨਾਲ ਹੀ ਵੱਡੇ ਵੱਡੇ ਦੁਸ਼ਟਾਂ ਮਲੇਸ਼ਾਂ ਰਾਖਸ਼ਾਂ ਨੂੰ ਮਾਰ ਕੇ ਧਰਮ ਦਾ ਰਾਜ ਸਥਾਪਨ ਕੀਤਾ ਸੀ। ਇਸੇ ਤਰ੍ਹਾਂ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਵੀ ਸ਼ਸਤਰਧਾਰੀ ਸਨ। ਜਰਾਸੰਧ ਦੇ ਨਾਲ 24 ਵਾਰੀ ਯੁੱਧ ਕਰਕੇ ਉਹਨੂੰ ਪਛਾੜਿਆ ਸੀ, ਔਰ ਮਹਾਭਾਰਤ ਦੇ ਯੁੱਧ ਵਿੱਚ ਵੀ ਹਿੱਸਾ ਲਿਆ। ਸੋ ਇਹ ਸ਼ਸਤਰਧਾਰੀ ਅਵਤਾਰੀ ਪੁਰਸ਼ ਯੋਧਿਆਂ ਦੀ ਸ਼ਕਤੀ ਹੈ, ਜੋ ਸ਼ਸਤਰਧਾਰੀ ਹੀ ਹੈ। ਪਰ ਭਰਨੀ ਜਗਤ ਸਦਾ ਬੈਤਰਨੀ। ਔਰ ਸੰਸਾਰ ਨੂੰ ਭਰਨ ਵਾਲੀ ਹੈ, ਔਰ ਇਹ ਸੰਸਾਰ ਤੋਂ ਪਾਰ ਉਤਾਰਨ ਵਾਲੀ ਹੈ। ਤਰਨੀ ਸਮ ਜਗ ਕਾਰਜ ਕਰਨੀ। ਔਰ ਜਿਵੇਂ ਸਾਧ ਸੰਗਤ ਜੀ ਤਰਨੀ ਨਾਮ ਹੈ ਬੇੜੀ ਦਾ, ਬੇੜੀ ਭਵ ਸਾਗਰ ਤੋਂ ਪਾਰ ਲੰਘਾਉਣ ਵਾਲੀ ਅਕਾਲ ਪੁਰਖ ਦੀ ਇਹ ਸ਼ਕਤੀ ਹੈ। ਔਰ ਤਰਨੀ ਨਾਮ ਸੁੰਦਰ ਇਸਤਰੀ ਦਾ ਹੈ। ਜਿਵੇਂ ਘਰ ਦੇ ਵਿੱਚ ਇਸਤਰੀ ਘਰ ਦੇ ਸਾਰੇ ਕੰਮ ਸਾਰਦੀ ਹੈ, ਪਰਮੇਸ਼ਰ ਦੀ ਇਹ ਸ਼ਕਤੀ ਪਰਮੇਸ਼ਰ ਦੇ ਘਰ ਦੇ ਸਾਰੇ ਕਾਰਜ ਕਰਦੀ ਹੈ। ਕਰ ਨੀਰਜ ਤੇ ਦੁਸ਼ਟਨ ਵਰਨੀ। ਕਹਿੰਦੇ ਜਿਸ ਦੇ ਕਰ ਕਮਲ ਹੱਥ ਦੇ ਵਿੱਚ ਨੀਰਜ ਕਮਲ ਦਾ ਫੁੱਲ ਵੀ ਹੈ,
ਔਰ ਦੁਸ਼ਟਾਂ ਦਾ ਵਿਨਾਸ਼ ਕਰਨ ਵਾਲੀ ਹੈ, ਵਰਨੀ ਬਕਰ ਸੁਭਤ ਆਭਰਨੀ, ਔਰ ਟੇਢੇ ਮੁਖ ਵਾਲੀ ਹੈ, ਔਰ ਸ਼ੁਭਤ ਆਭਰਨੀ, ਸੋਹਣੇ ਗਹਿਣਿਆਂ ਨਾਲ ਸ਼ੋਭਾ ਪਾਉਂਦੀ ਹੈ। ਨਮੋ ਨਮੋ ਤਵ ਪਦ ਅਰਬਿੰਦਾ, ਹੇ ਜਗਤ ਮਾਤ ਚੰਡਕਾ, ਨਮਸਕਾਰ ਹੈ ਤੇਰੇ ਚਰਨਾਂ ਉੱਤੇ। ਨਮੋ ਨਮੋ ਕੋ ਹੋਇ ਨਾ ਮਨਿੰਦਾ, ਨਮਸਕਾਰ ਹੈ ਤੈਨੂੰ, ਨਮਸਕਾਰ ਹੈ ਤੈਨੂੰ ਜਗਤ ਮਾਤ ਚੰਡਕਾ, ਤੇਰੇ ਬਰਾਬਰ ਕੋਈ ਵੀ ਨਹੀਂ ਸੰਸਾਰ ਵਿੱਚ। ਨਮੋ ਨਮੋ ਮਦ ਕੈਟਬ ਮਾਰਨ, ਮਦ ਕੈਟਵ ਨੂੰ ਮਾਰਨ ਵਾਲੀ ਆਦ ਸ਼ਕਤੀ ਤੈਨੂੰ ਨਮਸਕਾਰ ਹੈ, ਨਮਸਕਾਰ ਹੈ। ਨਮੋ ਨਮੋ ਪੇਛਾਂਗ ਪ੍ਰਹਾਰਨ, ਇਹ ਜਗਤ ਮਾਤ ਪਿਗਾਛ ਬਹਾਰਨ, ਪਿੰਗਾਸ਼ ਨਾਮ ਦੇ ਦੁਸ਼ਟ ਨੂੰ ਮਾਰਨ ਵਾਲੀ ਹੇ ਜਗਤ ਮਾਤ ਚੰਡਕਾ, ਤੈਨੂੰ ਨਮਸਕਾਰ ਹੈ। ਨਮੋ ਨਮੋ ਹੇ ਰਾਮ ਸਰੂਪਾ, ਹੇ ਰਾਮ ਦਾ ਰੂਪ ਧਾਰਨ ਕਰਨ ਵਾਲੀ, ਰਾਮ ਵੀ ਆਪ ਹੀ ਬਣੀ ਹੈ ਤੂੰ। ਤੂੰ ਹੀ ਰਾਮ ਬਣ ਕੇ ਰਾਵਣ ਨੂੰ ਮਾਰਿਆ ਹੈ, ਤੂੰ ਹੀ ਕ੍ਰਿਸ਼ਨ ਬਣ ਕੇ ਕੰਸ ਨੂੰ ਮਾਰਿਆ ਹੈ। ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿ ਲਗਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ। ਇਹ ਸਾਰੇ ਸਰੂਪ ਮਹਾਰਾਜ ਅਕਾਲ ਪੁਰਖ ਦੇ, ਪਰਮੇਸ਼ਰ ਦੇ, ਉਹਦੀ ਸ਼ਕਤੀ ਦੇ ਹੀ ਹਨ। ਸਾਧ ਸੰਗਤ ਜੀ, ਭਰਮ ਭੇਦ ਵਿੱਚ ਪੈਣ ਵਾਲੇ ਲੋਕਾਂ ਨੂੰ ਤਾਂ ਕਦੀ ਵੀ ਗਿਆਨ ਨਹੀਂ ਹੋ ਸਕਦਾ, ਪਰ ਜੇ ਉਗਰਦੰਤੀ ਬਾਣੀ ਦਾ ਪਾਠ ਕਰ ਲਓ, ਉਹਦੇ ਵਿੱਚੋਂ ਪਰਮੇਸ਼ਰ ਦੀ ਸਾਰੀ ਸ਼ਕਤੀ ਦਾ ਸਰੂਪ ਸਾਹਮਣੇ ਆ ਜਾਂਦਾ ਹੈ। ਹਾਂਜੀ। ਨਮੋ ਨਮੋ ਸ਼੍ਰੀ ਕ੍ਰਿਸ਼ਨ ਅਨੂਪਾ, ਨਮਸਕਾਰ ਹੈ, ਕ੍ਰਿਸ਼ਨ ਰੂਪ ਦੇ ਵਿੱਚ ਵੀ ਤੂੰ ਪ੍ਰਗਟ ਹੋਈ ਹੈ। ਤੂੰ ਹੀ ਮਾਤਾ ਦੇਵਕੀ ਬਣੀ ਹੈ, ਤੇ ਤੂੰ ਹੀ ਉਹਦੀ ਕੁਲ ਕੁੱਖ ਤੋਂ ਕ੍ਰਿਸ਼ਨ ਅਵਤਾਰ ਧਾਰਿਆ ਹੈ। ਨਮੋ ਨਮੋ ਜਨ ਕੋ ਬਰਦਾਨੀ, ਨਮਸਕਾਰ ਹੈ, ਨਮਸਕਾਰ ਹੈ ਜਗਤ ਮਾਤ ਚੰਡਕਾ, ਜੋ ਤੂੰ ਆਪਣੇ ਜਨਾਂ ਨੂੰ ਵਰ ਦੇਣ ਵਾਲੀ ਹੈ। ਜਿਹੜਾ ਵੀ ਤੇਰੇ ਦਰ ਤੇ ਆ ਜਾਂਦਾ ਹੈ, ਜਿਸ ਨੇ ਵੀ ਤੇਰੀ ਓਟ ਪਕੜੀ ਹੈ, ਉਸ ਨੂੰ ਵਰ ਦੇ ਕੇ ਨਿਹਾਲ ਕਰ ਦਿੰਦੀ ਹੈ। ਨਮੋ ਨਮੋ ਦੁਰਗੇ ਭਵਾਨੀ, ਹੇ ਦੁਰਗੇ, ਹੇ ਭਵਾਨੀ, ਤੈਨੂੰ ਨਮਸਕਾਰ ਹੈ। ਜੋ ਦੁਰ ਨਾਮ ਕਠਨ ਦਾ ਹੈ, ਗ ਨਾਮ ਗਮਨ ਕਰਨੇ ਦਾ ਹੈ, ਜਿਸ ਤੱਕ ਜਾਣਾ ਔਖਾ ਹੈ, ਉਹ ਦੁਰਗ ਰੂਪ ਕਿਲੇ ਰੂਪ ਹੋ ਕੇ ਜੋ ਸ਼ਕਤੀ ਵਰਤ ਰਹੀ ਹੈ, ਉਸ ਨੂੰ ਦੁਰਗਾ ਕਹਿੰਦੇ ਹਨ। ਭਵਾਨੀ ਜੋ ਸੰਸਾਰ ਨੂੰ ਪ੍ਰਗਟ ਕਰਨ ਵਾਲੀ ਹੈ, ਸੰਸਾਰ ਦੇ ਵਿੱਚ ਵਰਤਣ ਵਾਲੀ ਹੈ, ਤੇ ਸੰਸਾਰ ਨੂੰ ਆਪਣੇ ਵਿੱਚ ਲੀਨ ਕਰਨ ਵਾਲੀ ਹੈ। ਭਵ ਨਾਮ ਸ਼ਿਵ ਜੀ ਦਾ ਹੈ, ਜੋ ਸ਼ਿਵ ਦੀ ਸ਼ਕਤੀ ਹੈ, ਉਸ ਨੂੰ ਭਵਾਨੀ ਕਹਿੰਦੇ ਹਨ। ਜੈ ਜੈ ਲੋਚਨ ਲੋਹਿਤ ਕਾਲੀ, ਹਾਂ, ਤੇ ਲੋਹੇ ਵਰਗੇ ਨੇਤਰਾਂ ਵਾਲੀ, ਇਹ ਵੀ ਤੇਰਾ ਹੀ ਰੂਪ ਹੈ। ਸਾਧ ਸੰਗਤ ਜੀ, ਇੱਕ ਰੂਪ ਨਹੀਂ ਹੈ, ਬੇਅੰਤ ਰੂਪ ਹਨ। ਲੋਹੇ ਵਰਗੇ ਨੇਤਰ ਹਨ, ਲਾਲ ਨੇਤਰ ਹਨ, ਔਰ ਕਾਲੇ ਰੰਗ ਵਾਲੀ ਹੈ। ਜੈ ਦਿਗੰਬਰਾ ਆਨੰਦ ਜਵਾਲੀ, ਔਰ ਨਗਨ ਰਹਿਣ ਵਾਲੀ ਹੈ, ਦਿਗੰਬਰ ਹੈ, ਕੋਈ ਕੱਪੜਾ ਸਰੀਰ ਤੇ ਨਹੀਂ ਪਹਿਨਦੀ। ਹੇ ਸ਼ਕਤੀ, ਤੇਰਾ ਸਰੂਪ ਬੜਾ ਭਿਆਨ ਹੈ। ਆਨੰਦ ਜਵਾਲੀ, ਮੂੰਹ ਵਿੱਚੋਂ ਜਵਾਲਾ ਅਗਨੀ ਨਿਕਲਦੀ ਹੈ। ਜੈ ਜੈ ਅਸ਼ਟਭੁਜਾ ਬਲ ਵਾਲੀ, ਅੱਠਾਂ ਬਾਹਾਂ ਵਾਲੀ, ਬਲ ਵਾਲੀ ਸ਼ਕਤੀ ਹੈ ਤੂੰ, ਤੇਰੀ ਜੈ ਜੈਕਾਰ ਹੋਵੇ। ਜੈ ਜੈ ਭੀਮਾ ਮੁੰਡਨ ਮਾਲੀ, ਹਾਂ, ਭੀਮਾ ਭਿਆਨਕ ਰੂਪ ਵੀ ਹੈ ਤੂੰ, ਅਤੇ ਮੁੰਡਾਂ ਦੀ ਮਾਲਾ ਗਲ ਵਿੱਚ ਪਾਈ ਹੈ। ਜੈ ਜੈ ਭਦਰਾ ਲਗ ਸਸ ਭਾਲੀ, ਮੁੰਡ ਕੀ ਮਾਲ ਦਿਸਾਨ ਕੇ ਅੰਬਰ, ਬਾਮ ਕਰਿਓ ਗਲ ਮੈਂ ਅਸ ਭਾਰੋ। ਮਹਾਰਾਜ ਨੇ ਜਿਹੜਾ ਚੰਡੀ ਦਾ ਸਰੂਪ ਚਰਿਤ੍ਰੋਪਖਿਆਨ ਦੇ ਪਹਿਲੇ ਅਧਿਆਏ ਵਿੱਚ ਲਿਖਿਆ ਹੈ, ਬਾ ਕਮਾਲ, ਇੱਕ ਤੋਂ ਇੱਕ ਵਧੀਆ ਰਚਨਾ ਦਸਮ ਪਾਤਸ਼ਾਹ ਨੇ ਕੀਤੀ ਹੈ। ਸੋ ਉਹ ਸਰੂਪ ਇੱਥੇ ਦੱਸ ਰਹੇ ਹਨ। ਜੈ ਜੈ ਭਦਰਾ ਲਘੂ ਸਸ ਭਾਲੀ, ਛੋਟਾ ਚੰਦਰਮਾ ਮੱਥੇ ਉੱਤੇ ਪਸੋਭਾ ਪਾ ਰਿਹਾ ਹੈ। ਐਸਾ ਸ਼ਿਵ ਸਰੂਪ ਵੀ ਤੂੰ ਆਪ ਹੀ ਹੈ। ਸ਼ਿਵ ਜੀ ਵੀ ਤੈਥੋਂ ਹੀ ਪੈਦਾ ਹੋਇਆ, ਬ੍ਰਹਮਾ ਵੀ ਤੈਥੋਂ ਹੀ ਪੈਦਾ ਹੋਇਆ, ਤੇ ਵਿਸ਼ਨੂੰ ਵੀ ਤੈਥੋਂ ਹੀ ਪੈਦਾ ਹੋਇਆ। ਆਪ ਹੀ ਤੂੰ ਉਹਨਾਂ ਦੀ ਸ਼ਕਤੀ ਬਣੀ ਹੋਈ ਹੈ। ਭਵਾ ਪਹਿਰਾ ਕੂਪ ਕਿਰਪਾਲੀ, ਭਵਾ ਪਹਿਰਾ ਭੂਤ ਰਾਟੀ ਕਿਰਪਾਨੀ। ਮਹਾਰਾਜ ਨੇ ਸ਼ਬਦ ਸਾਰੇ ਦਸਮ 'ਚ ਵਰਤੇ ਹਨ। ਭੈ ਨੂੰ ਹਰਨ ਵਾਲੀ ਹੈ, ਭੂਰ ਬਹੁਤ ਜ਼ਿਆਦਾ ਕਿਰਪਾ ਕਰਨ ਵਾਲੀ ਹੈ। ਛੁੱਟੇ ਸਿਰ ਪਰ ਬਾਲ ਵਿਸਾਲੀ, ਤੇਰੇ ਸਿਰ ਦੇ ਉੱਤੇ ਲਟਾਂ ਖਿਲਰੀਆਂ ਹੋਈਆਂ ਨੇ, ਵਾਲ ਖਿਲਰੇ ਹੋਏ ਨੇ। ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਉਂਦਾ, ਲੱਟ ਛੂਟੀ ਵਰਤੈ ਬਿਕਰਾਲ, ਕੋਟ ਕਲਾ ਖੇਲੈ ਗੋਪਾਲ।
ਕਿ ਇਹ ਲੱਡਾਂ ਛੁੱਟੀਆਂ ਹੋਈਆਂ ਭਿਆਨਕ ਰੂਪ ਜਿਹੜਾ ਹੈ, ਡਰਾਉਣਾ ਰੂਪ ਹੈ, ਇਹ ਵੀ ਮੇਰੇ ਵਾਹਿਗੁਰੂ ਦਾ ਹੀ, ਅਕਾਲ ਪੁਰਖ ਦਾ ਹੀ ਜੈ ਹੈ। ਜੈ ਰਣ ਮੈਂ ਰੂਪ ਕਰਾਲੀ। ਇਹ ਜੰਗ ਦੇ ਵਿੱਚ ਕਰਾਲ ਭਿਆਨਕ ਰੂਪ ਧਾਰਨ ਕਰਨ ਵਾਲੀ ਸ਼ਕਤੀ ਹੈ ਤੂੰ। ਕਹਿ ਲਗ ਕਹੋ ਨਾਮ ਜਗ ਮਾਤਾ। ਹੇ ਜਗਤ ਮਾਤਾ, ਮੈਂ ਤੇਰੇ ਨਾਮ ਕਿੱਥੋਂ ਤੱਕ ਵਰਣਨ ਕਰਾਂ। ਸਿਮਰਤ ਗੁਰ ਏਕੋ ਰੰਗ ਰਾਤਾ। ਕਹਿੰਦੇ ਗੁਰੂ ਨੂੰ ਚੇਤੇ ਕਰਦੇ ਹੋਏ ਅਸੀਂ ਇੱਕੋ ਰੰਗ ਵਿੱਚ ਰੰਗੇ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ 10ਵੇਂ ਪਾਤਸ਼ਾਹ ਉਸੇ ਧਿਆਨ ਵਿੱਚ ਮਗਨ ਹੋ ਗਏ ਹਨ। ਭੁੱਖ ਪਿਆਸਾ ਲਖੈ ਨ ਦੋਈ। ਹੁਣ 10ਵੇਂ ਪਾਤਸ਼ਾਹ ਮਹਾਰਾਜ ਉਸ ਆਦਿ ਸ਼ਕਤੀ ਦੀ ਆਰਾਧਨਾ ਕਰਦੇ ਹੋਏ ਭੁੱਖ ਪਿਆਸ ਦੋਵਾਂ ਤੋਂ ਉੱਪਰ ਹੋ ਗਏ ਹਨ। ਇਸ ਵਿਦ ਪ੍ਰੇਮ ਪਰਾਇਣ ਹੋਈ। ਇਸ ਤਰ੍ਹਾਂ ਪ੍ਰੇਮ ਪਰਾਇਣ ਹੋ ਗਏ ਹਨ 10ਵੇਂ ਪਾਤਸ਼ਾਹ ਜੀ। ਉਚਰੈ ਉਸਤਤ ਅਨਕ ਪ੍ਰਕਾਰੀ। ਅਨੇਕਾਂ ਪ੍ਰਕਾਰ ਨਾਲ ਜਗਤ ਮਾਤ ਚੰਡਕਾ ਦੀ ਉਸਤਤ ਕਰਦੇ ਹਨ। ਬਹੁਤ ਸੋਹਣੇ ਛੰਦ ਰਚੇ ਹਨ ਜਿਹੜੇ 10ਮ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਗੁਣ ਸਿਮਰਤ ਪਰ ਉਪਕਾਰੀ। ਮਹਾਰਾਜ ਜਗਤ ਮਾਤ ਚੰਡਕਾ ਦੇ ਬੇਅੰਤ ਗੁਣਾਂ ਨੂੰ ਸਿਮਰਦੇ ਹਨ ਪਰਉਪਕਾਰੀ ਸਤਿਗੁਰੂ ਜੀ। ਹਮਨ ਕਰਤ ਹੈ ਮੰਤਰ ਉਚਾਰਤ। ਹਮਨ ਕਰਦੇ ਹਨ ਤੇ ਮੰਤਰਾਂ ਦਾ ਉਚਾਰਨ ਕਰੀ ਜਾਂਦੇ ਹਨ। ਇਸ ਦਿਨ ਧਿਆਨ ਚੰਡ ਕੋ ਧਾਰਤ। ਦਿਨ ਰਾਤ ਚੰਡੀ ਦਾ ਧਿਆਨ ਧਰਦੇ ਹਨ। ਦਿਵਸ ਅਸ਼ਟਮੀ ਕੋ ਜਬ ਆਵਾ। ਜਦੋਂ ਅਸ਼ਟਮੀ ਦਾ ਦਿਨ ਆਇਆ ਹੈ ਬਾਰ ਬਾਰ ਪੂਝਾਲ ਜਨਾਵਾ। ਤਾਂ ਉਸ ਵੇਲੇ ਅਸ਼ਟਮੀ ਵਾਲੇ ਦਿਨ ਸਾਧ ਸੰਗਤ ਜੀ ਨਰਾਤੇ ਚੱਲ ਰਹੇ ਸਨ। 8ਵਾਂ ਨਰਾਤਾ ਸੀਗਾ ਤੇ ਬਾਰ-ਬਾਰ ਧਰਤੀ ਦੇ ਉੱਤੇ ਭੁਚਾਲ ਆਣੇ ਸ਼ੁਰੂ ਹੋ ਗਏ। ਧਰਤੀ ਥਰ 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 ਕੰਬਦੀ ਹੈ। ਸਾਰੇ ਮੁਲਕਾਂ ਦੇ ਵਿੱਚ ਜਿੰਨੇ ਵੀ ਸੰਸਾਰ 'ਚ ਧਰਤੀ ਤੇ ਮੁਲਕ ਹਨ ਉੱਥੇ ਭੁਚਾਲ ਆਣੇ ਸ਼ੁਰੂ ਹੋਏ ਹਨ। ਕੀਤਕ ਦਾਸ ਨਿਕਟ ਹਿਤ ਸੇਵਾ। ਜਿਹੜੇ ਸੇਵਾਦਾਰ ਮਹਾਰਾਜ ਦੇ ਕੋਲ ਸੇਵਾ ਲਈ ਹਾਜ਼ਰ ਹਨ, ਸਾਰਤ ਕਰੀ ਤਿਨਹਿ ਗੁਰਦੇਵਾ। ਮਹਾਰਾਜ ਨੇ ਉਹਨਾਂ ਨੂੰ ਨੇਤਰਾਂ ਨਾਲ ਇਸ਼ਾਰਾ ਕੀਤਾ ਹੈ ਜਿਹੜੇ ਸੇਵਾਦਾਰ ਕੋਲ ਸੇਵਾ ਕਰ ਰਹੇ ਹਨ। ਪ੍ਰਭ ਰੁਖ ਲਖ ਕਰ ਤੁਰਤ ਸਿਧਾਰੇ। ਮਹਾਰਾਜ ਨੇ ਇਸ਼ਾਰਾ ਕੀਤਾ ਵੀ ਹੁਣ ਤੁਸੀਂ ਥੱਲੇ ਚਲੇ ਜਾਓ ਪਹਾੜ ਤੋਂ। ਮਹਾਰਾਜ ਦਾ ਇਸ਼ਾਰਾ ਪਾ ਕੇ ਤੁਰਤ ਸਿੱਖ ਚਲੇ ਗਏ ਹਨ। ਗਿਰਵਰ ਤੇ ਉਤਰੇ ਤਬ ਸਾਰੇ। ਸਾਰੇ ਪਹਾੜ ਤੋਂ ਥੱਲੇ ਉਤਰ ਪਏ ਹਨ। ਇੱਕ ਦਿਜ ਦੂਜੇ ਆਪ ਗੁਸਾਈ। ਇੱਕ ਮਹਾਰਾਜ 10ਵੇਂ ਪਾਤਸ਼ਾਹ ਜੀ ਰਹਿ ਗਏ ਹਨ ਤੇ ਇੱਕ ਪੰਡਿਤ ਕੇਸੋ ਦਾਸ ਜੀ ਰਹਿ ਗਏ ਹਨ। ਲੱਛਣ ਬਿਦਤਨ ਕੇ ਸਮੁਦਾਇ। ਪ੍ਰਗਟ ਹੋਣ ਦੇ ਦਿਸਣ ਲੱਗ ਪਏ ਹਨ। ਲੱਖ ਕਰ ਵਿਪਰ ਧੀਰ ਉਰਹਾਲਾ। ਕਹਿੰਦੇ ਵੇਖ ਕੇ ਨਾ ਜਦੋਂ ਧਰਤੀ ਕੰਬਣ ਲੱਗ ਪਈ, ਪਹਾੜ ਜਿਹੜੇ ਹਨ ਉਹ ਥਰ 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 ਕੰਬਦੇ ਹਨ, ਭੁਚਾਲ ਆ ਰਿਹਾ ਹੈ। ਇਹ ਦੇਖ ਕੇ ਪੰਡਿਤ ਕੇਸੋ ਦਾਸ ਦਾ ਹੌਸਲਾ ਢਹਿ ਗਿਆ, ਧੀਰਜ ਹਿੱਲ ਗਿਆ। ਨਿਜ ਜੀਵਨ ਕੋ ਤਰਾਸ ਵਿਸਾਲਾ। ਹੁਣ ਆਪਣੀ ਜ਼ਿੰਦਗੀ ਵਿੱਚ ਖਤਰਾ ਜਾਪਣ ਲੱਗ ਪਿਆ ਕਿਉਂਕਿ ਚੰਡੀ ਪ੍ਰਗਟ ਹੋਣੀ ਹੈ, ਕੋਈ ਮਾੜੀ ਮੋਟੀ ਸ਼ਕਤੀ ਨਹੀਂ ਪ੍ਰਗਟ ਹੋਣੀ। ਉਹਦੇ ਦਰਸ਼ਨ ਕਰਦਿਆਂ ਹੀ ਵੱਡੀਆਂ ਵੱਡੀਆਂ ਦੇਹਾਂ ਖਤਮ ਹੋ ਜਾਂਦੀਆਂ ਨੇ। ਇਹ ਸਰੀਰ ਦਾ ਉੱਥੇ ਨਾਸ ਹੋ ਜਾਂਦਾ, ਅਭਾਵ ਹੋ ਜਾਂਦਾ ਹੈ। ਇਹ ਮੇਰਾ ਸਰੀਰ ਵੀ ਲੇਖੇ ਲੱਗ ਸਕਦਾ ਹੈ, ਮੇਰੀ ਮੌਤ ਆ ਸਕਦੀ ਹੈ। ਪੰਡਿਤ ਕੇਸੋ ਦਾਸ ਨੂੰ ਆਪਣੀ ਜ਼ਿੰਦਗੀ ਦਾ ਫਿਕਰ ਪੈ ਗਿਆ। ਮਨ ਮੈਂ ਗਿਨ ਕਰ ਗਟੀ ਅਨੇਕੂ। ਬੜੀਆਂ ਸੋਚਾਂ ਸੋਚਣ ਲੱਗ ਪਏ ਪੰਡਿਤ ਜੀ ਵੀ ਹੁਣ ਕਿਵੇਂ ਬਚੀਏ। ਹੁਣ ਅਕਾਲ ਪੁਰਖ ਦੀ ਸ਼ਕਤੀ ਨੇ ਸਾਹਮਣੇ ਆ ਕੇ ਖਲੋ ਜਾਣਾ। ਜਦੋਂ ਜਗਤ ਮਾਤ ਚੰਡਕਾ ਪ੍ਰਗਟ ਹੋਵੇਗੀ ਤਾਂ ਉਸ ਵੇਲੇ ਹੋ ਸਕਦਾ 10ਵੇਂ ਪਾਤਸ਼ਾਹ ਬਲੀ ਦੇਣ ਤੇ ਕੋਈ ਹੋਰ ਤਾਂ ਕੋਲ ਹੈ ਨਹੀਂ। ਮੈਂ ਹੀ ਇਕੱਲਾ ਬੈਠਾ ਹਾਂ ਤੇ ਮਿਆਨ ਵਿੱਚੋਂ ਤਲਵਾਰ ਛੰਡਣੀ ਹੈ ਤੇ ਮੇਰਾ ਸਿਰ ਲਾ ਕੇ ਚੰਡਕਾ ਦੇ ਚਰਨਾਂ 'ਚ ਧਰ ਦੇਣਾ ਹੈ। ਬੋਲਿਓ ਸੁਣੀਏ ਜਲਦ ਬਬੇਕੂ। ਤੇ ਭੈ ਭੀਤ ਹੋ ਕੇ ਬਾਬਾ ਕੇਸੋ ਦਾਸ ਪੰਡਿਤ ਜੀ ਮਹਾਰਾਜ 10ਵੇਂ ਪਾਤਸ਼ਾਹ ਨੂੰ ਬੇਨਤੀ ਕਰਦੇ ਹੈ, ਹੇ ਵਿਵੇਕ ਦੇ ਸਾਗਰ, ਹੇ ਗਿਆਨ ਦੇ ਸਮੁੰਦਰ, ਹੇ ਅਵਤਾਰਾਂ ਸਿਰ ਅਵਤਾਰੀ ਸਤਿਗੁਰੂ ਜੀ ਸੁਣੋ। ਅਬ ਬਿਤਨ ਮੈਂ ਬਿਲਮ ਨ ਜਾਨੋ। ਚੰਡੀ ਪ੍ਰਗਟ ਹੋਣ ਵਾਲੀ ਹੈ, ਹੁਣ ਇਹਦੇ 'ਚ ਕੋਈ ਦੇਰੀ ਨਾ ਜਾਣੋ। ਬਹੁਤ ਛੇਤੀ, ਕੁਝ ਮਿੰਟਾਂ ਵਿੱਚ ਵੀ ਹੋ ਸਕਦੀ ਹੈ, ਕੁਝ ਘੰਟਿਆਂ 'ਚ ਵੀ ਹੋ ਸਕਦੀ ਹੈ, ਕੁਝ ਪਹਿਰਾਂ ਵਿੱਚ ਵੀ ਹੋ ਸਕਦੀ ਹੈ। ਮਹਾਰਾਜ 1-2 ਦਿਨਾਂ ਵਿੱਚ ਇਹ ਪ੍ਰਗਟ ਹੋ ਜਾਣੀ ਹੈ। ਜਬ ਸਨਮੁਖ ਹੋਏ ਰੂਪ ਭਿਆਨੋ। ਜਦੋਂ ਉਹ ਭਿਆਨਕ ਰੂਪ ਤੁਹਾਡੇ ਸਾਹਮਣੇ ਆਵੇਗਾ, ਬਹੁਤ ਜ਼ਿਆਦਾ ਡਰਾਉਣਾ ਰੂਪ ਹੋਵੇਗਾ। ਮਹਾਰਾਜ ਮੰਗਹਿ ਭੀਤ ਪ੍ਰਸੰਨ ਬਹੁ ਹੋਏ। ਖੁਸ਼ ਹੋ ਕੇ ਤੁਹਾਡੀ ਤਪੱਸਿਆ ਤੋਂ ਦਰਸ਼ਨ ਦੇਵੇਗੀ ਤੇ ਆਪਣੀ ਭੇਟਾ ਮੰਗੇਗੀ।
ਜਦੋਂ ਉਹ ਜਗਤ ਮਾਤ ਚੰਡਕਾ ਭੇਟਾ ਮੰਗੇਗੀ, देनी चाहिए तो हमको सोए। ਉਹ ਫਿਰ ਸਾਨੂੰ ਭੇਟਾ ਦੇਣੀ ਬਣਦੀ ਹੈ। ਉਸ ਵੇਲੇ ਜੋ ਵੀ ਮੰਗੇ ਸਾਨੂੰ ਦੇਣਾ ਚਾਹੀਦਾ ਹੈ। यहाँ ते कहूँ मनोरथ अपना, ਇਸ ਕਰਕੇ ਮਹਾਰਾਜ ਮੈਂ ਆਪਣੇ ਮਨ ਦਾ ਮਨੋਰਥ ਕਹਿੰਦਾ ਹਾਂ। जागृत ही मुझे आयो सुपना। ਮੈਨੂੰ ਜਾਗਦਿਆਂ ਹੀ ਸੁਪਨਾ ਆਇਆ। ਇੱਕ ਤੇ ਸੁੱਤਿਆਂ ਨੂੰ ਸੁਪਨਾ ਆਉਂਦਾ ਹੈ, ਇੱਕ ਜਾਗਦਿਆਂ ਹੀ ਖਿਆਲ ਆਉਂਦਾ ਹੈ। ਉਹ ਸੁਪਨ ਸਾਰੇ ਦਰਸ਼ਨ ਹੋ ਜਾਂਦੇ ਆ। ਜਾਗਦਿਆਂ ਮੈਨੂੰ ਸੁਪਨਾ ਆਇਆ ਹੈ आनो भेट जाए कर सो। ਕਿ ਪੰਡਤ ਜੀ ਜਾਓ, ਜੋ ਭੇਟਾ ਦੇਣੀ ਉਹ ਲੈ ਕੇ ਆਓ, जिस ते सिद्ध काज सब हो। ਤੇ ਜਿਹੜਾ ਕਾਰਜ ਸਿੱਧ ਹੋ ਜਾਵੇ ਮਹਾਰਾਜ ਤੁਹਾਡਾ। ਇਸ ਵਾਸਤੇ संध्या आज होए है दर्शन। ਅੱਜ ਸ਼ਾਮ ਨੂੰ ਮਹਾਰਾਜ ਤੁਹਾਨੂੰ ਜਗਤ ਮਾਤ ਚੰਡਕਾ ਦੇ ਦਰਸ਼ਨ ਹੋਣਗੇ, पैदो होए प्रभातै परसन। ਜਾਂ ਹੋ ਸਕਦਾ ਸਵੇਰੇ ਕੱਲ ਨੂੰ ਦਰਸ਼ਨ ਹੋ ਜਾਣ। इस विद भाख बाक तिस ठौरा। ਇਸ ਤਰ੍ਹਾਂ ਕਹਿ ਕੇ ਪੰਡਤ ਕੇਸੋ ਦਾਸ ਜੀ चलियो मिसर कछ मन भ्यो थोरा। ਕਹਿੰਦੇ ਮਨ ਕੋਈ ਕਮਜ਼ੋਰ ਹੋ ਗਿਆ, ਮਨ ਵਿੱਚ ਕੋਈ ਡਰ ਭੈ ਬੈਠ ਗਿਆ, ਤੇ ਪੰਡਤ ਕੇਸੋ ਦਾਸ ਜੀ ਹਵਨ ਕੁੰਡ ਤੋਂ ਉੱਠ ਕੇ ਥੱਲੇ ਨੂੰ ਚੱਲ ਪਏ, करत उतायल उलंगत गैल। ਤੇ ਪਹਾੜ ਤੋਂ ਛੇਤੀ ਛੇਤੀ ਤੁਰੇ ਜਾਂਦੇ ਆ ਕਾਹਲੀ ਨਾਲ ਕਿ ਕਿਤੇ ਮਹਾਰਾਜ ਦਸਵੇਂ ਪਾਤਸ਼ਾਹ ਦੇ ਬੈਠਿਆਂ ਬੈਠਿਆਂ ਮੇਰੇ ਨੇੜੇ ਹੁੰਦਿਆਂ ਹੀ ਨਾ ਚੰਡੀ ਪ੍ਰਗਟ ਹੋ ਜਾਵੇ। छिन उतर आए सब सैल। ਤੇ ਬੜੀ ਛੇਤੀ ਨਾਲ ਪਹਾੜ ਤੋਂ ਥੱਲੇ ਉਤਰ ਗਿਆ। ਕੱਲੇ ਦਸਵੇਂ ਪਾਤਸ਼ਾਹ ਹੁਣ ਚੋਟੀ ਤੇ ਰਹਿ ਗਏ ਆ, ਨਾ ਕੋਈ ਸੇਵਾਦਾਰ ਉੱਥੇ ਰਿਹਾ ਹੈ। ਸੇਵਾਦਾਰ ਤਾਂ ਆਪ ਹੀ ਸਾਰੇ ਮਹਾਰਾਜ ਨੇ ਇਸ਼ਾਰਾ ਕਰਤਾ ਵੀ ਥੱਲੇ ਚਲੇ ਜਾਓ, ਤੇ ਪੰਡਤ ਕੇਸੋ ਦਾਸ ਜੀ ਉਂਝ ਇਸ਼ਾਰਾ ਸਮਝ ਗਏ ਵੀ ਸਮਾਂ ਆ ਗਿਆ ਹੈ ਜਦੋਂ ਹੁਣ ਜਗਤ ਮਾਤ ਚੰਡਕਾ ਨੇ ਪ੍ਰਗਟ ਹੋਣਾ ਹੈ, ਤੇ ਮੈਂ ਵੀ ਇੱਥੋਂ ਚੱਲਾਂ। एक श्री सतगुर आपे रहे। ਇੱਕ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਆਪ ਹੀ ਪਹਾੜ ਦੇ ਉੱਤੇ ਨੈਣਾ ਦੇਵੀ ਦੇ ਟਿੱਲੇ ਤੇ ਰਹਿ ਗਏ ਹਨ। अपर न खाग मेघ को तह लहे। ਉਥੇ ਕੋਈ ਪਸ਼ੂ ਨਹੀਂ ਰਿਹਾ, ਕੋਈ ਪੰਛੀ ਵੀ ਨਹੀਂ ਰਿਹਾ। ਬੰਦਾ ਤਾਂ ਕੀ ਰਹਿਣਾ ਸੀ। ਸਾਰੇ ਬੰਦਿਆਂ ਨੂੰ ਸੇਵਾਦਾਰਾਂ ਨੂੰ ਮਹਾਰਾਜ ਨੇ ਭੇਜਤਾ। ਪੰਡਤ ਕੇਸੋ ਦਾਸ ਜੀ ਆਪ ਚਲੇ ਗਏ। ਐਸਾ ਉਸ ਵੇਲੇ ਉੱਥੋਂ ਦਾ ਮਾਹੌਲ ਸੀ ਵੀ ਕੋਈ ਪੰਛੀ ਵੀ ਉੱਥੇ ਆਪ ਨਹੀਂ ਠਹਿਰਿਆ। ਉੱਡ ਗਏ ਪੰਛੀ ਵੀ ਸਾਰੇ, ਜਾਨਵਰ ਵੀ ਸਾਰੇ ਪਹਾੜ ਤੋਂ ਥੱਲੇ ਉਤਰ ਗਏ, ਕਿਉਂਕਿ ਇਤਨਾ ਜ਼ਿਆਦਾ ਉਸ ਵੇਲੇ ਵਾਤਾਵਰਣ ਜਿਹੜਾ ਮਾਹੌਲ ਬਣ ਚੁੱਕਾ ਸੀ ਉਹ ਸ਼ਕਤੀ ਦੇ ਪ੍ਰਗਟ ਹੋਣ ਦਾ ਸੀ, ਚੰਡੀ ਦੇ ਪ੍ਰਗਟ ਹੋਣ ਦਾ ਸੀ। ਸਾਰੇ ਪਾਸੇ ਡਰ ਪੈ ਬੈਠ ਗਿਆ। बीत्यो दिवस प्रभु अनुरागे। ਮਹਾਰਾਜ ਸੱਚੇ ਪਾਤਸ਼ਾਹ ਖੁਸ਼ੀ ਦੇ ਨਾਲ ਅਸ਼ਟਮੀ ਦਾ ਦਿਨ ਬਤੀਤ ਕੀਤਾ। परी जामनी एकल जागे। ਰਾਤ ਵੀ ਮਹਾਰਾਜ ਸੁੱਤੇ ਨਹੀਂ, ਕੱਲੇ ਜਾਗਦੇ, ਕੱਲੇ ਹੀ ਪਾਠ ਤੇ ਹਮਨ ਕਰਦੇ ਰਹੇ। ਅੱਗੇ ਦੇ ਪੰਡਤ ਕੇਸੋ ਦਾਸ 11 ਮਹੀਨਿਆਂ ਤੋਂ ਕੋਲ ਬੈਠਾ ਹੋਇਆ ਸੀ, ਪਰ ਅੱਜ ਮਹਾਰਾਜ ਇਕੱਲੇ ਹੀ ਬੈਠੇ ਜਾਪ ਕਰ ਰਹੇ ਹਨ। पंचकोश लग जीवन को। 5 ਕੋਹ ਤੱਕ ਸ੍ਰੀ ਕਲਗੀਧਰ ਪਾਤਸ਼ਾਹ ਜਿੱਥੇ ਬਹਿ ਕੇ ਹਮਨ ਕਰ ਰਹੇ ਨੇ, 5 ਕੋਹ ਆਲੇ ਦੁਆਲੇ ਕੋਈ ਜੀਵ ਨਹੀਂ ਰਿਹਾ। ਸਭ ਪਸ਼ੂ ਪੰਛੀ ਵੀ ਉਡਾਰੀਆਂ ਮਾਰ ਗਏ ਨੇ। विदत हृदय प्रतीखत सो। ਤੇ ਮਹਾਰਾਜ ਉਡੀਕ ਰਹੇ ਨੇ ਵੀ ਹੁਣ ਜਗਤ ਮਾਤ ਚੰਡਕਾ ਪ੍ਰਗਟ ਹੋਵੇ। मंत्र पठत हैं हमन करंते। ਮੰਤਰ ਪੜ੍ਹੀ ਜਾਂਦੇ ਨੇ, ਜਗਤ ਮਾਤ ਚੰਡਕਾ ਦਾ ਹਮਨ ਕਰੀ ਜਾਂਦੇ ਨੇ। एक आसन पर सुचित थिरंते। ਇੱਕੋ ਆਸਣ ਤੇ ਸੁਚੇਤ ਹੋ ਕੇ ਬੈਠੇ ਨੇ। बहुर प्रभात भई जब आए। ਜਦੋਂ ਫਿਰ ਸਾਧ ਸੰਗਤ ਜੀ ਸਵੇਰ ਹੋਈ ਹੈ, ਨੌਮੀ ਦਾ ਦਿਨ ਚੜਿਆ ਹੈ, आदितवार आदित उदताई। ਤੇ ਐਤਵਾਰ ਦਾ ਦਿਨ, ਐਤਵਾਰ ਦਾ ਸੂਰਜ ਚੜਿਆ ਹੈ। भयो प्रकाश अपूर्व हीरा। ਉਸ ਦਿਨ ਸੂਰਜ ਦਾ ਪ੍ਰਕਾਸ਼ ਪਹਿਲੀ ਵਾਰੀ ਏਦਾਂ ਦਾ ਨਜ਼ਰ ਆਇਆ ਹੈ ਜਿੱਦਾਂ ਦਾ ਕਦੀ ਵੀ ਨਜ਼ਰ ਨਾ ਆਇਆ ਹੋਵੇ। ਗਰਜੋ ਸ਼ਬਦ ਆਕਾਸ਼ ਵਡੇਰਾ। ਤੇ ਆਕਾਸ਼ ਨੇ ਆਪਣੀ ਧੁਨੀ ਕੀਤੀ ਹੈ। ਜਿਹੜਾ ਸ਼ਬਦ ਹੈ ਨਾ, ਜਿਹੜੀ ਸਾਊਂਡ ਹੈ, ਆਵਾਜ਼ ਹੈ, ਇਹ ਆਕਾਸ਼ ਦਾ ਗੁਣ ਹੈ। ਉਸ ਵੇਲੇ ਆਕਾਸ਼ ਗੂੰਜਿਆ ਹੈ, ਆਕਾਸ਼ ਦੇ ਵਿੱਚ ਧੁਨੀ ਗੂੰਜੀ ਹੈ, ਬੜਾ ਭਾਰੀ ਜੈ ਜੈਕਾਰ ਹੋਈ ਹੈ। ਕੜਤਾ ਸਮਥਰਕੰਤ ਦਰਸਾਵੇ। ਤੇ ਕਿੱਦਾਂ ਦੀ ਆਵਾਜ਼ ਆਈ ਹੈ, ਜਿਵੇਂ ਬਿਜਲੀ ਕੜਕਦੀ ਹੈ। ਇਸ ਤਰ੍ਹਾਂ ਆਕਾਸ਼ ਦੇ ਵਿੱਚ ਕੰਪਨ ਹੋਈ ਹੈ, ਜਿਵੇਂ ਬਿਜਲੀ ਕੜਕ ਰਹੀ ਹੋਵੇ। ਬੜੀਆਂ ਬਿਜਲੀਆਂ ਕੜਕੀਆਂ ਹਨ। ਬਾਰ ਬਾਰ ਭੂਕੰਪਣ ਆਵੇ। ਤੇ ਧਰਤੀ ਥਰ ਥਰ ਕੰਬਣ ਲੱਗੀ ਹੈ। ਥੱਲੇ ਭੁਚਾਲ ਆ ਗਿਆ,
ਆਕਾਸ਼ ਦੇ ਵਿੱਚ ਬਿਜਲੀਆਂ ਕੜਕੀਆਂ ਨੇ। ਪੌਣ ਪ੍ਰਚੰਡ ਵਿਸਾਲੇ ਚਾਲਾ। ਔਰ ਸਾਧ ਸੰਗਤ ਜੀ ਹਵਾ ਬੜੀ ਤੇਜ਼ ਚੱਲਣ ਲੱਗ ਪਈ। ਪੰਜੇ ਤੱਤ ਜਿਹੜੇ ਨੇ ਅਸਤ ਵਿਅਸਤ ਹੋ ਗਏ ਨੇ। ਸ਼ਕਤੀ ਜਦੋਂ ਪ੍ਰਗਟ ਹੁੰਦੀ ਹੈ ਨਾ, ਉਸ ਵੇਲੇ ਧਰਤੀ ਕੰਬਦੀ ਆ, ਆਕਾਸ਼ ਬੜਾ ਗੁੰਜਾਰ ਕਰਦਾ ਹੈ, ਹਵਾ ਬੜੇ ਸ਼ੁਕਾਟੇ ਪਾ ਕੇ ਤੇਜ਼ ਰਫ਼ਤਾਰ ਨਾਲ ਚੱਲਦੀ ਹੈ। ਔਰ ਸਾਰੀ ਸੂਰਜ ਜਿਹੜਾ ਉਹ ਬਹੁਤ ਜ਼ਿਆਦਾ ਤਪ ਜਾਂਦਾ ਹੈ। ਸੂਰਜ ਅਗਨੀ ਦਾ ਪ੍ਰਤੀਕ ਹੈ। ਅਗਨੀ ਦੇਵਤਾ ਦਾ ਜੋ ਮੁੱਖ ਸਰੋਤ ਹੈ ਉਹ ਸੂਰਜ ਹੈ। ਸਾਰੇ ਹੀ ਦੇਵਤੇ, ਸਾਰੀਆਂ ਹੀ ਸ਼ਕਤੀਆਂ ਉਸ ਵੇਲੇ ਪ੍ਰਭਾਵਿਤ ਹੋਈਆਂ ਹਨ। ਗਰਜਤ ਘਨ ਕੀ ਘਟਾ ਕਰਾਲਾ। ਔਰ ਬੱਦਲਾਂ ਦੀ ਬੜੀ ਭਾਰੀ ਗਰਜਨਾ ਹੋਈ ਹੈ। ਕਾਲੇ ਬੱਦਲ ਗਰਜੇ ਹਨ। ਤੁਰਤ ਆਕਾਸ਼ ਬਿਮਲ ਹੋਏ ਗਇਓ। ਤੇ ਫਿਰ ਇੱਕਦਮ ਆਕਾਸ਼ ਸਾਫ਼ ਹੋ ਗਿਆ ਹੈ। ਅਦਕ ਪ੍ਰਕਾਸ਼ ਦਸੋ ਦਿਸ ਭਇਓ। ਫਿਰ ਦਸੇ ਦਿਸ਼ਾਵਾਂ ਵਿੱਚ ਪ੍ਰਕਾਸ਼ ਹੀ ਪ੍ਰਕਾਸ਼, ਰੋਸ਼ਨੀ ਹੀ ਰੋਸ਼ਨੀ ਹੋ ਗਈ ਹੈ। ਇੱਕ ਸਮ ਬੈਠੇ ਧੀਰਜ ਧਾਰੀ। ਮਹਾਰਾਜ ਆਪਣੇ ਧਿਆਨ ਵਿੱਚ ਇੱਕ ਰਸ ਬੈਠੇ ਨੇ ਧੀਰਜ ਕਰਕੇ। ਨਹੀਂ ਤਾਂ ਜਦੋਂ ਇਦਾਂ ਦੇ ਲੱਛਣ ਹੁੰਦੇ ਨੇ ਨਾ ਤੇ ਚੀਕਾਂ ਮਾਰ ਕੇ ਤਪਸਵੀ ਭੱਜ ਜਾਂਦੇ ਆ, ਡਰ ਜਾਂਦੇ। ਸਰੀਰ ਵਿੱਚ ਇੰਨੀ ਸੱਤਿਆ ਨਹੀਂ ਹੁੰਦੀ, ਬਲ ਵੀਰਜ ਨਹੀਂ ਹੁੰਦਾ ਇੰਨਾ ਸਾਧ ਸੰਗਤ ਜੀ ਵੀ ਉਹ ਇਹ ਸਾਰੀ ਸ਼ਕਤੀ ਨੂੰ ਸਹਿ ਲੈਣ। ਮਹਾਰਾਜ ਤਾਂ ਬਲ ਦੇ ਨਿਧਾਨ ਹਨ, ਖਜ਼ਾਨੇ ਹਨ। ਆਪ ਜੀ ਬੜੇ ਹੌਸਲੇ ਨਾਲ ਇਹ ਸਾਰੇ ਸੀਨ ਵੇਖ ਰਹੇ ਨੇ। ਧਰਤੀ ਕੰਬ ਰਹੀ ਹੈ ਥਰ 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 ਕਰਕੇ, ਪਹਾੜ ਹਿੱਲਣ ਲੱਗ ਪਏ ਹਨ ਔਰ ਹਵਾ ਬਹੁਤ ਤੇਜ਼ ਰਫ਼ਤਾਰ ਨਾਲ ਕਈ ਭਿਆਨਕ ਰੂਪਾਂ ਵਿੱਚ ਚੱਲ ਰਹੀ ਹੈ। ਔਰ ਆਕਾਸ਼ ਵਿੱਚ ਬਿਜਲੀਆਂ ਕੜਕੀਆਂ ਹਨ। ਕਈ ਰੂਪ ਆਕਾਸ਼ ਵਿੱਚ ਤਬਦੀਲ ਹੋਏ ਹਨ। ਬੱਦਲ ਕਾਲੇ ਛਾ ਛਾ ਗਏ, ਫਿਰ ਇੱਕਦਮ ਸਫਾਈ ਹੋ ਗਈ। ਇਸ ਤਰ੍ਹਾਂ ਦਾ ਸੀਨ 10ਵੇਂ ਪਾਤਸ਼ਾਹ ਦੇ ਸਾਹਮਣੇ ਉਹਦੀ ਸੁਰਤ ਵਿੱਚ ਆ ਰਿਹਾ ਹੈ। ਪਠਤ ਮੰਤਰ ਅਰ ਆਹੁਤਦਾਰੀ। ਪਰ ਮਹਾਰਾਜ ਡੋਲ ਨਹੀਂ ਰਹੇ। ਉਸੇ ਤਰ੍ਹਾਂ ਨੇਤਰ ਬੰਦ ਕਰਕੇ ਜਾਪ ਕਰੀ ਜਾਂਦੇ ਆ ਤੇ ਆਹੂਤੀ ਪਾਈ ਜਾਂਦੇ ਆ। ਕਈ ਵਾਰ ਦਾਮਨ ਸੀ ਦਮਕਤ। ਕਈ ਵਾਰ ਬਿਜਲੀ ਤਰ੍ਹਾਂ ਲਿਸ਼ਕਦੀ ਹੈ। ਗਿਰ ਕੇ ਸਿਖਰ ਨਿਕਟ ਹੋਏ ਚਮਕਤ। ਪਹਾੜ ਦੇ ਸਿਰ ਦੇ ਉੱਤੇ ਆ ਕੇ ਕੋਲ ਆ ਕੇ ਚਮਕਦੀ ਹੈ। ਕਈ ਵਾਰ ਘਟ ਸਮ ਬਨ ਜਾਏ। ਕਦੀ ਉਹ ਬੱਦਲ ਵਰਗੀ ਬਣ ਜਾਂਦੀ ਹੈ, ਕਦੀ ਤੂਫਾਨ ਬਣਦੀ ਹੈ, ਕਦੀ ਬੱਦਲ ਬਣ ਕੇ ਆਉਂਦੀ ਸ਼ਕਤੀ। ਕੜ ਕੜ ਭੈਰਵ ਨਾਦ ਉਠਾਏ। ਔਰ ਕੜ 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 ਦੀ ਆਵਾਜ਼ ਆਉਂਦੀ ਹੈ, ਬਿਜਲੀ ਕੜਕਦੀ ਹੈ, ਭਿਆਨਕ ਆਵਾਜ਼ ਕੱਢਦੀ ਹੈ। ਕਈ ਵਾਰ ਸਭ ਕਿਛ ਹੋਵੇ ਸ਼ਾਂਤ। ਤੇ ਕਈ ਵਾਰ ਬਿਲਕੁਲ ਸ਼ਾਂਤ ਹੋ ਜਾਂਦਾ। ਪਹਾੜ ਵੀ ਕੰਬਣੋਂ ਹਟ ਜਾਂਦੇ ਆ, ਧਰਤੀ ਹਿੱਲਣੋਂ ਹਟ ਜਾਂਦੀ ਹੈ, ਹਵਾ ਬਿਲਕੁਲ ਰੁਕ ਜਾਂਦੀ ਹੈ, ਆਕਾਸ਼ ਵਿੱਚੋਂ ਆਵਾਜ਼ ਆਉਣੀ ਬੰਦ ਹੋ ਜਾਂਦੀ ਹੈ। ਸਾਰੇ ਪਾਸੇ ਪ੍ਰਕਾਸ਼ ਜਿਹਾ ਠੰਡਾ ਠੰਡਾ ਨੂਰ ਹੋ ਜਾਂਦਾ। ਤੇ ਕਦੀ ਫੇਰ ਜ਼ਿਆਦਾ ਉਸੇ ਤਰ੍ਹਾਂ ਹੀ ਹਲਚਲ ਸ਼ੁਰੂ ਹੋ ਜਾਂਦੀ ਹੈ। ਅਵਨੀ ਸੁੰਦਰ ਨਭ ਜਿਸ ਭਾਂਤ। ਧਰਤੀ ਬੜੀ ਸੋਹਣੇ ਰੂਪ ਵਿੱਚ ਟਿਕ ਜਾਂਦੀ ਹੈ। ਆਕਾਸ਼ ਬੜਾ ਸਾਫ਼ ਨਿਰਮਲ ਹੋ ਜਾਂਦਾ ਹੈ। ਰਹੀ ਅਡੋਲ ਉਠੀ ਨਹਿ ਕੈਸੇ। ਬੜਾ ਕੁਝ ਹੋਇਆ, ਬੜਾ ਕੁਝ ਹੋਇਆ। ਬੜੇ ਭਿਆਨਕ ਭਿਆਨਕ ਸੀਨ ਸਾਹਮਣੇ ਆਏ, ਪਰ 10ਵੇਂ ਪਾਤਸ਼ਾਹ ਅਡੋਲ ਬੈਠੇ ਰਹੇ। ਨਾ ਆਪ ਜੀ ਨੇ ਗੋਡਾ ਹਿਲਾਇਆ, ਨਾ ਮਨ ਵਿੱਚ ਕਿਸੇ ਤਰ੍ਹਾਂ ਦਾ ਕੋਈ ਉਦਵੇਗ, ਭੈ ਵਾਲਾ, ਡਰ ਵਾਲਾ ਖਿਆਲ ਪੈਦਾ ਹੋਇਆ। ਸਾਰਾ ਸੀਨ ਸਾਖੀ ਬਣ ਕੇ ਵੇਖ ਰਹੇ ਸਨ। ਉਹ ਸ਼ਕਤੀ ਦੇ ਸਾਰੇ ਕੌਤਕ ਤੱਕ ਰਹੇ ਸਨ। ਓ ਮੈਂ ਪਠ ਮੰਤਰ ਕੋ ਤੈਸੇ। ਉਸੇ ਤਰ੍ਹਾਂ ਮੰਤਰ ਪੜ੍ਹੀ ਜਾਂਦੇ ਤੇ ਹਮਨ ਕਰੀ ਜਾਂਦੇ ਸਨ। ਅਬ ਪ੍ਰਗਟ ਹੈਗੀ ਧਰਤ ਉਡੀਕੀ। ਹੁਣ ਧਰਤੀ ਮਾਤਾ ਵੀ ਉਡੀਕ ਕਰ ਰਹੀ ਹੈ ਵੀ ਮੇਰਾ ਭਾਰ ਦੂਰ ਕਰਨ ਵਾਸਤੇ ਅਕਾਲ ਪੁਰਖ ਪਰਮੇਸ਼ਰ ਦੀ ਸ਼ਕਤੀ ਪ੍ਰਗਟ ਹੋਵੇਗੀ। ਦਰਸ਼ਨ ਕਰਹਿ ਦੇਵ ਬਿਦਨੀਕੀ। ਔਰ ਸਾਰੇ ਦੇਵਤਿਆਂ ਦੇ ਦਰਸ਼ਨ ਹੋਣਗੇ ਤੇ ਦੇਵਤਿਆਂ ਨੂੰ ਵੀ ਉਸ ਪਰਮੇਸ਼ਰ ਦੀ ਸ਼ਕਤੀ ਦਾ ਦਰਸ਼ਨ ਹੋਵੇਗਾ। ਦੋਹਰਾ ਧਰਿਓ ਦੁਪਹਿਰਾ ਇਮ ਜਬੈ ਇਕ ਰਸ ਰਹੇ ਕਿਰਪਾਲ। ਸਾਧ ਸੰਗਤ ਜੀ ਲਗਾਤਾਰ ਕੱਲ ਸਵੇਰ ਦੇ ਬੈਠੇ, ਰਾਤ ਵੀ ਬੀਤ ਗਈ, ਅੱਜ 9ਵੀਂ ਵਾਲੇ ਦਿਨ ਦਾ ਦੁਪਹਿਰਾ ਵੀ ਬੀਤ ਗਿਆ ਤੇ ਮਹਾਰਾਜ ਕਲਗੀਧਰ ਜੀ ਬੈਠੇ ਹਨ। ਹੋਤ ਬਹਿਓ ਤ੍ਰਿਤੀਓ ਪਹਿਰ ਬਹਰੋ ਆਏ ਪੁੰਚਾਲ। ਫਿਰ ਦਿਨ ਦਾ ਤੀਜਾ ਪਹਿਰ ਆਇਆ ਹੈ। ਜਦੋਂ 2:30-3 ਵਜੇ ਤੋਂ ਬਾਅਦ ਫਿਰ ਬੜਾ ਝਟਕਾ ਭੁਚਾਲ ਦਾ ਆਇਆ ਹੈ। ਧਰਤੀ ਫਿਰ ਬਹੁਤ ਜ਼ਿਆਦਾ ਥਰ 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 ਕੇ ਕੰਬੀ ਹੈ ਔਰ ਸਾਰੇ ਪਹਾੜ ਕੰਬੇ ਹਨ। ਤੇ ਉਹ ਜਿਹੜਾ ਭਿਆਨਕ ਸਰੂਪ ਪ੍ਰਗਟ ਹੋਣਾ ਸੀ ਨਾ ਜਗਤ ਮਾਤ ਚੰਡਕਾ ਦਾ, ਉਹਦੀਆਂ ਨਿਸ਼ਾਨੀਆਂ ਬਹੁਤ ਨੇੜੇ ਆ ਗਈਆਂ।
ਕਿਸ ਤਰ੍ਹਾਂ ਮਹਾਰਾਜ ਜਗਤ ਦਰਸ਼ਨ ਕਰਨਗੇ, ਉਹ ਚੰਡੀ ਦੇ ਉਹ ਕਥਾ ਆਪਾਂ ਅੱਗੇ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆ ਲਾਲ ਪ੍ਰਾਣਨਾਥ, ਅਨਾਥ ਸਖੇ ਦੀਨ ਦਰਦ, ਦਰਦ ਨਿਵਾਰ ਹੇ ਸਮਰੱਥ ਅਗੰਮ ਪੂਰਨ ਮੋਹਿ ਮਇਆ ਧਾਰ ਕੰਧ ਕੂਪ ਮਹਾ ਪਿਆਨ ਨਾਨਕ ਪਾਰ ਉਤਾਰ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆ। ਸਤਨਾਮ ਸੰਗਤ ਜਿੱਥੇ ਬੜਾ ਰੰਗ ਬਣਾਇਆ ਸੱਚੀ ਮੁੱਚੀ ਇੱਥੇ ਪ੍ਰਗਟ ਹੋਣ ਲੱਗੀ। ਉਹ ਵੀ ਪ੍ਰਸੰਗ ਪਏ ਨੇ, ਰਿਕਾਰਡਿੰਗ ਪਈ ਹੈ, ਉਹ ਰਿਕਾਰਡਿੰਗ ਪਈ ਹੈ। ਬੜੇ ਜੋਸ਼ ਨਾਲ ਕਰੀ ਸੀ ਕਥਾ ਤੁਸੀਂ ਇੱਥੇ। ਹੁਣ ਪਤਾ ਨਹੀਂ ਕੀ ਗੱਲ ਆ। ਚਲੋ ਸੰਗਤ ਦਾ ਵੀ ਪ੍ਰਭਾਵ ਪੈਂਦਾ। ਹਾਂ, ਸੰਗਤ ਦਾ ਹੁੰਦਾ। ਕੋਈ ਨਹੀਂ, ਉਹਦੀ ਰਿਕਾਰਡਿੰਗ ਹੋਈ ਹੈ। ਹਾਂਜੀ, ਉਹ ਥੋੜੀ ਨਾ ਆਵਾਜ਼ ਸਾਫ਼ ਨਹੀਂ ਸੀ ਆਈ, ਉਹ 'ਚ ਆਉਂਦੀ ਹੈ ਵਧੀਆ। ਸ਼ਾਮੀ ਕਰਾਂ, ਆਓਗੇ ਕਰੀ ਆ ਜਾ ਸਪਨ ਦਰਸ਼ਨ ਪ੍ਰਗਟ। ਸ਼ਾਮੀ ਭੈਣ ਜੀ ਕਈ ਵਾਰੀ ਕਰਦੇ ਆ, ਕਈ ਵਾਰੀ ਨਾ ਕੋਈ ਆਵੇ ਫਿਰ ਨਹੀਂ ਕਰਦੇ। ਪੜ੍ਹਨ ਵਾਲੇ ਦਾ ਹੁੰਦਾ ਨਾਲ, ਪੜ੍ਹਨ ਵਾਲੇ ਬਾਬਾ ਜੀ ਕਦੀ ਆਉਂਦੇ ਨੇ, ਕਦੀ ਨਹੀਂ ਆਉਂਦੇ। ਬਾਕੀ ਤੁਹਾਡੇ ਫੇਸਬੁੱਕ 'ਤੇ ਘਰ ਘਰ ਪਹੁੰਚ ਜਾਂਦੀ ਹੈ। ਹਾਂਜੀ ਹਾਂਜੀ, ਆ ਜਾਣਗੇ। ਚਲ ਟਾਈਮ